लाल किले जाने का प्लान किदा सी? संयुक्त किसान मोर्चे के ਜਿਹੜੇ दो जिम्मेवार लीडर ਆ ਉਸੇ दिन 26 तरीक ਨੂੰ ਉਹਨਾਂ ਨੇ ਸਾਰੀ ਸੰਗਤ ਨੂੰ ਇਹ अपील की सी भी लाल किले पहुंचो। ਜਿਹੜਾ ਵੱਖਰਾ रूट या पुलिस नाल सहमत रूट संयुक्त किसान मोर्चे के लीडरशिप ने अनाउंस किया, उदों लोगों ने रौला पाता। उत्थे लोगों को यह लग्या भी साडे नाल धोखा कीता तुसीं, सानूं यह कह के बुलाया भी रिंग रोड ते जाना 22 तरीक नूं मीटिंग करन गए, या बस च बैठ के यह गल बोली भी साडीआं जे मंगां नाल सहमत नहीं होए असीं लाल किले च जाके रैली करांगे। 25 तरीक नूं रात नूं तुसीं ते लखे सिधाने ने संयुक्त मोर्चा की स्टेज कैप्चर की सी? नहीं जी। तुहाडा लीडर सी कौन उत्थे? उहदा नाम तां दस दो जिहदा फेलियर रहा। संयुक्त किसान मोर्चे की लीडरशिप फेलियर है। मैं तुहानूं पुछ रहा डायरेक्ट कि तुहानूं की हासिल होया? मैनूं ये हासिल होया, ये देखिया मैं भी साडी लीडरशिप कितनी इररिस्पॉन्सिबल हो सकती है। पुलिस ने क्यों तुहानूं किया? लोग मेरी गल सुन रहे सी। ਇਹਦਾ मतलब यही है कि ਜਿਹੜੇ ਉੱਥੇ ਲੋਕ ਗਏ ਸੀ ਉਹ ਤੁਹਾਡੀ ਗੱਲ ਸੁਣ ਕੇ ਹੀ ਗਏ? नहीं, ਲੋਕ ਨਾਰਾਜ਼ ਹੋ ਗਏ ਨਾ ਤੁਹਾਡੇ ਐਕਸ਼ਨ ਤੋਂ? लोग नाराज नहीं होए, टारगेट होया। सरकार ने भी टारगेट किया, साडे जिहड़े लीडर सी उन्होंने भी टारगेट किया। ਤੁਹਾਡੀ ਗ੍ਰਿਫਤਾਰੀ ਵਾਕਿਆ ਹੀ ਕਰਨਾਲ ਹੀ ਹੋਈ ਸੀ ਹਾਈਵੇ ਤੇ? मैं गिरफ्तार नहीं होया। ਸਨੀ ਦਿਓਲ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਇਹਨਾਂ ਵਿਚਾਰਾਂ ਨਾਲ? वो सहमत नहीं है। ਇੰਨੀ ਜ਼ਿਆਦਾ ਸਾਂਝ ਸੀ ਤੇ ਸਨੀ ਦਿਓਲ ਤੁਹਾਡੇ ਨਾਲ ਕਿਉਂ ਨਹੀਂ ਖੜੇ ਰਹੇ? ਉਹਨਾਂ ਤੇ ਡੈਫੀਨਿਟਲੀ ਪਾਰਟੀ ਦਾ ਵੀ ਪ੍ਰੈਸ਼ਰ ਹੋਣਾ। ਜੇ ਤੁਸੀਂ ਅੰਡਰਗਰਾਉਂਡ ਸੀ, ਤੁਹਾਡੇ ਵੀਡੀਓ ਕੌਣ ਪੋਸਟ ਕਰਦਾ ਸੀ? ਮੇਰੀ ਫੈਮਿਲੀ ਜਿਹੜੇ ਯੂਐਸ ਬੈਠੇ ਆ ਹਨਾ, ਉਹ ਪੋਸਟ ਕਰਦੇ ਸੀ। ਜੇਲ੍ਹ ਚਰਸਾ ਕਿਵੇਂ ਗੁਜ਼ਰਿਆ? ਉਹ ਮੈਨੂੰ ਬੰਦ ਹੀ ਰੱਖਦੇ ਸੀ, ਮੈਂ ਹਾਈ ਸਿਕਿਉਰਿਟੀ 'ਚ ਸੀ, ਖੋਲਦੇ ਨਹੀਂ ਸੀ ਉੱਥੇ। ਸੁੱਕੀਆਂ ਰੋਟੀਆਂ ਖਾਣੀਆਂ ਬਹੁਤ ਔਖੀਆਂ, ਉਹ ਵੀ ਖਾਧੀਆਂ, ਖੈਰ ਦਾਲ ਬੜੀ ਪਤਲੀ ਹੁੰਦੀ ਆ। ਜੇਲ੍ਹ 'ਚ ਜਾ ਕੇ ਇੱਕ ਵਾਰੀ ਇਹ ਮਨ 'ਚ ਸੋਚਦਾ ਤੇ ਹੋਣਾ ਦੀਪ ਸਿੱਧੂ ਕਿ ਆਪਾਂ ਕੀ ਗਲਤ ਕੀਤਾ, ਕੀ ਠੀਕ ਕੀਤਾ? ਗਲਤ ਤੇ ਠੀਕ ਦਾ ਅਹਿਸਾਸ ਤਾਂ ਬਿਲਕੁਲ। 26 जनवरी ਨੂੰ ਕਿਸਾਨ ਪਰੇਡ ਜਿਹੜੀ ਦਿੱਲੀ 'ਚ ਹੋ ਰਹੀ ਸੀ ਉਹਨੂੰ ਲਾਲ ਕਿਲੇ ਵੱਲ ਮੋੜਨ ਲਈ ਇੱਕ ਨਾਂ ਸੁਰਖੀਆਂ 'ਚ ਆਇਆ। ਦੀਪ ਸਿੱਧੂ ਪੰਜਾਬੀ ਐਕਟਰ ਤੇ ਬਾਲੀਵੁੱਡ ਤੋਂ ਗੁਰਦਾਸਪੁਰ ਦੇ ਸਾਂਸਦ ਬਣੇ ਸਨੀ ਦਿਓਲ ਦੇ ਕੈਂਪੇਨ ਮੈਨੇਜਰ ਦੀਪ ਸਿੱਧੂ। ਦਿੱਲੀ ਪੁਲਿਸ ਦੇ 2 ਕੇਸਾਂ 'ਚ ਜ਼ਮਾਨਤ ਹੋਣ ਤੋਂ ਬਾਅਦ ਹੁਣ ਦੀਪ ਸਿੱਧੂ ਬਾਹਰ ਆ ਗਏ ਨੇ ਔਰ ਦੀਪ ਸਿੱਧੂ ਅੱਜ ਮੁੱਖ ਦੀ ਗੱਲ 'ਚ ਦੱਸਣਗੇ ਕਿ ਕਿਵੇਂ ਦਿੱਲੀ 'ਚ ਹੋਈ ਹਿੰਸਾ ਨੂੰ ਉਹਨਾਂ ਨੂੰ टारगेट किया गया, किवें उन्हां दी गिरफ्तारी हुई, कि कुछ इस पूरे 3 महीनों च वापरिया। मुक दी गल च अज एक गल दा जवाब असी दीप सिद्धू तो लाओगे। दीप जी स्वागत है तुहाडा। सत श्री अकाल सर। दीप जी पहला दसो ये लाल किले जाने दा प्लान किदा सी? देखो, लाल किले जाने दा प्लान संयुक्त किसान मोर्चे दे जिहड़े 2 जिम्मेवार लीडर आ उसे दिन 26 तरीक नूं उन्हां ने सारी संगत नूं यह अपील की सी भी लाल किले पहुंचो ते उत्थे जाके पीसफुली बैठो। ਕਿਹੜੇ ਲੀਡਰ ਸੀ ਉਦੋਂ? ਇਹ ਇੱਕ ਤਾਂ ਆਪਣੇ ਸਵਰਨ ਸਿੰਘ ਪੰਧੇਰ ਉਹਨਾਂ ਨੇ ਕੀਤਾ ਸੀ, ਫਿਰ ਮਨਜੀਤ ਰਾਏ, ਔਰ ਪਰ ਸਾਰੀ ਗੱਲ ਮੇਰੇ ਸਿਰ ਤੇ ਆ ਗਈ ਵੀ ਮੈਂ ਸਾਰਿਆਂ ਨੂੰ ਲਾਲ ਕਿਲੇ ਲੈ ਗਿਆ। ਹਾਲਾਂਕਿ ਤੁਸੀਂ ਦੇਖੋ ਉੱਥੇ ਹਜ਼ਾਰਾਂ ਲੱਖਾਂ ਬੰਦੇ, ਉਹੀ ਬੰਦੇ ਜਿਹੜੇ ਕਿਸਾਨ ਮੋਰਚੇ 'ਚ ਸ਼ਮੂਲੀਅਤ ਕਰਨ ਆਏ ਆ। 26 ਤਰੀਕ ਨੂੰ ਟਰੈਕਟਰ ਰੈਲੀ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ। 25 ਨੂੰ 24 ਨੂੰ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਪਹੁੰਚੀ, ਹਰਿਆਣੇ ਤੋਂ ਪਹੁੰਚੀ, ਪੰਜਾਬ ਤੋਂ ਪਹੁੰਚੀ, ਉਹੀ ਸਾਰੇ ਬੰਦੇ ਇੱਥੇ ਗਏ ਜੀ ਲਾਲ ਕਿਲੇ। ਫਿਰ ਉਹਨਾਂ ਹੀ ਕਿਸਾਨ ਲੀਡਰਾਂ ਨੇ ਤੁਹਾਨੂੰ ਡਿਸੋਨ ਕਿਉਂ ਕਰਤਾ? ਇਹੀ ਗੱਲ ਮੈਂ ਵੀ ਸਵਾਲ ਪੁੱਛਦਾ, ਮੈਂ ਤੁਹਾਨੂੰ ਦੱਸਦਾ ਜੀ ਡਿਸੋਨ ਕਿਉਂ ਕਰਤਾ। 2 ਗੱਲਾਂ ਹੁੰਦੀਆਂ ਇਹਦੇ ਪਿੱਛੇ, ਵੀ ਇੱਕ ਇਹਦਾ ਬੈਕਗ੍ਰਾਉਂਡ ਆ, ਪਿੱਛੇ ਇੱਕ ਪੂਰੀ ਇੱਕ ਕਹਾਣੀ ਪਈ ਆ। ਜਦੋਂ ਲਾਲ ਕਿਲੇ ਦੀ ਕਾਲ ਦਿੱਤੀ ਗਈ ਉਦੋਂ ਪਹਿਲਾਂ 25 ਨੂੰ ਸੰਯੁਕਤ ਕਿਸਾਨ ਮੋਰਚਾ ਜੋ ਦਿੱਲੀ ਪੁਲਿਸ ਨਾਲ ਇੱਕ ਰੂਟ ਤੈਅ ਹੋਇਆ, ਉਸ ਰੂਟ ਨੂੰ ਸ਼ਾਮ ਨੂੰ ਅਨਾਉਂਸ ਕਰਦਾ ਸਟੇਜ ਤੋਂ। ਉਹਦੇ ਤੇ ਵਿਵਾਦ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਉੱਥੇ ਬੁਲਾਇਆ ਇਹ ਕਹਿ ਕੇ ਗਿਆ, ਔਰ ਇਹ ਤਾਂ ਜੱਗ ਜ਼ਾਹਿਰ ਗੱਲ ਆ ਵੀ ਰਿੰਗ ਰੋਡ ਤੇ ਅਸੀਂ ਟਰੈਕਟਰ ਰੈਲੀ ਕਰਾਂਗੇ। ਈਵਨ ਤੁਸੀਂ ਇਹ ਦੇਖੋ, ਇਹਨਾਂ ਦੇ ਜਿਨ੍ਹਾਂ ਨੂੰ ਆਗੂ ਮੰਨੀ ਫਿਰਦੇ ਸੀ, ਜਿਹੜੇ ਆਪਣੇ ਯੋਗੇਂਦਰ ਯਾਦਵ, ਉਹਨਾਂ ਦਾ ਵੀ ਬਿਆਨ ਆਉਂਦਾ ਵੀ ਅਗਰ ਗਣਤੰਤਰ ਕੇ ਦਿਵਸ किसान ट्रैक्टर रैली नहीं करेगा, उन्होंने तो जनपथ तक की गल करते हैं, तो कौन करेगा? हमने पुलिस को स्पष्ट कर दिया है, उन्होंने ये लैंग्वेज सी, हमने दिल्ली पुलिस को स्पष्ट कर दिया है गणतंत्र के दिन किसान दिल्ली में रैली करेगा, अगर किसान नहीं करेगा तो कौन करेगा? ये उन्होंने 22 तरीक का 21-22 तरीक का बयान आ। देखो इन्ने रिस्पोंसिबल बयान और किहड़े चेहरे दे रहे हैं। यानी तुसी ये कह रहे हो कि ਜਿਹੜੇ ਕਿਸਾਨ ਲੀਡਰ ਕੁਝ ਉੱਥੇ ਮੋਰੀ ਬਣੇ ਹੋਏ ਸੀ ਉਹਨਾਂ ਨੇ ਤੁਹਾਨੂੰ ਮਿਸਗਾਈਡ ਕੀਤਾ? नहीं जी नहीं, ਜਾਂ ਉਹਨਾਂ ਦੀ ਜਿਹੜੇ ਬਿਆਨਬਾਜ਼ੀ ਸੀ ਤੁਸੀਂ ਉਹਨੂੰ ਫੋਲੋ ਕਰਨ ਲੱਗ ਗਏ? ਮਿਸਗਾਈਡ ਕਿਸੇ ਨੂੰ ਨਹੀਂ ਕੀਤਾ। ਮੈਂ ਤੁਹਾਨੂੰ ਇਹ, ਤੁਸੀਂ ਇੱਕ ਚੀਜ਼ ਦੇਖੋ, 20 ਦਿਨ ਇਹ ਅਪੀਲ ਹੁੰਦੀ ਗਈ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਜਾਂ ਵੱਖ-ਵੱਖ ਪਲੇਟਫਾਰਮਸ ਤੋਂ ਵੀ ਤੁਸੀਂ 26 ਤਰੀਕ ਨੂੰ ਦਿੱਲੀ ਪਹੁੰਚੋ, ਬਾਰਡਰਾਂ ਤੇ ਪਹੁੰਚੋ, ਆਪਾਂ ਟਰੈਕਟਰ ਰੈਲੀ ਕਰਨੀ ਆ,
ਰਿੰਗ ਰੋਡ ਤੇ ਜਾ ਕੇ ਰੈਲੀ ਕਰਨੀ ਆ। ਮੇਨ ਜਿਹੜਾ ਇੱਕ ਕਾਮਨ ਜਾਂ ਇਹ ਕਹਿ ਲਓ ਪਪੂਲਰ ਜਿਹੜਾ ਇਮੋਸ਼ਨ ਸੀ ਉਹ ਇਹ ਸੀ ਉਸ ਟਾਈਮ 20 ਦਿਨ 25 ਤਰੀਕ ਤਾਈਂ 26 ਨੂੰ ਤਾਂ ਚਲੋ ਰੈਲੀ ਦੀ ਸ਼ੁਰੂਆਤ ਹੋਣੀ ਸੀ ਜਾਂ ਉਹ ਉਸ ਦਿਨ ਰੈਲੀ ਕੀਤੀ ਜਾਣੀ ਸੀ। ਔਰ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ ਗੱਲ। ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇਹ ਬੋਲਿਆ ਗਿਆ ਵੀ ਕਿਸਾਨ ਲਾਲ ਕਿਲੇ ਤੇ ਝੰਡਾ ਚੜਾਉਣਗੇ, ਕੋਈ ਰਾਸ਼ਟਰਪਤੀ ਨਹੀਂ ਚੜਾਊਗਾ, ਕੋਈ ਪ੍ਰਧਾਨ ਮੰਤਰੀ ਨਹੀਂ ਚੜਾਊਗਾ। ਇਹ ਕਿਹਨੇ ਬੋਲਿਆ? ਇਹ ਮੈਂ ਤੁਹਾਡੇ ਕੋਲੇ ਵੀਡੀਓਜ਼ ਦਿਖਾ ਦਿੰਨਾ ਜੀ। ਇਹ ਤਾਂ ਨਹੀਂ ਓਵਰਆਲ ਕਿਸਾਨ ਮੋਰਚਾ ਨੇ ਇਹ ਕਿਹਾ ਸੀ, ਮੈਂ ਆਪ ਸੁਣਦਾ ਬੈ ਕੇ ਆਫਿਸਰ ਜਦੋਂ ਲਾਈਵ ਆਉਂਦੀਆਂ ਰੈਲੀਆਂ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਵੀ ਸਰਕਾਰੀ ਅਦਾਰੇ ਵੱਲ ਅਸੀਂ ਨਹੀਂ ਜਾਵਾਂਗੇ। ਨਹੀਂ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਤੁਸੀਂ ਕਿਸੇ ਵੀ ਸਰਕਾਰੀ ਅਦਾਰੇ ਵੱਲ ਨਹੀਂ ਜਾਵਾਂਗੇ, ਹੋ ਸਕਦਾ ਇੱਕ ਲੀਡਰ ਨੇ ਜ਼ਰੂਰ ਕਿਹਾ ਹੋਵੇ, ਪਰ ਮੋਰਚਾ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਬਲਬੀਰ ਸਿੰਘ ਰਾਜੋਵਾਲ ਨੇ ਕਿਹਾ, ਮੈਂ ਆਪ ਸੁਣ ਰਿਹਾ ਸੀ। ਹਾਂਜੀ, ਕਦੋਂ ਉਹ ਪ੍ਰੈਸ ਕਾਨਫਰੰਸ ਹੋਈ? ਜਦੋਂ ਉਹ ਪ੍ਰੈਸ ਕਾਨਫਰੰਸ 26 ਤਰੀਕ ਤੋਂ ਪਹਿਲਾਂ ਜਿਹੜਾ ਕਿਹਾ ਜਾਂਦਾ ਸੀਗਾ ਕਿ ਅਸੀਂ ਇਹਨਾਂ ਨੂੰ ਕੰਟਰੋਲ ਕਰਾਂਗੇ, ਸਾਡੇ ਵੋਲੰਟੀਅਰ ਰੱਖਣਗੇ, ਅਸੀਂ ਤੈਅ ਰੂਟ ਤੇ ਜਾਵਾਂਗੇ, ਉਹਦੇ 'ਚ ਇਹ ਗੱਲ ਕਹੀ ਗਈ। ਫਿਰ ਨਹੀਂ ਗਏ, ਕਿਉਂ ਨਹੀਂ ਗਏ? ਰਾਸ਼ਟਰਪਤੀ ਭਵਨ ਵੱਲ ਨਹੀਂ ਜਾਣਾ, ਅਸੀਂ ਕਿਸੇ ਮਿਊਜ਼ੀਅਮ ਵੱਲ ਨਹੀਂ ਜਾਣਾ, ਅਸੀਂ ਲਾਲ ਕਿਲੇ ਵੱਲ ਨਹੀਂ ਜਾਣਾ, ਅਸੀਂ ਤੈਅ ਰੂਟ ਤੇ ਜਾਵਾਂਗੇ। ਅੱਛਾ, ਕਿਉਂ ਨਹੀਂ ਗਏ ਫਿਰ ਉਧਰ ਨੂੰ? ਨਹੀਂ, ਕਿਉਂ ਜਾਣਾ ਚਾਹੀਦਾ ਸੀ? ਤੁਸੀਂ ਇਹ ਦੱਸੋ, ਕਿਉਂ ਜਾਣਾ ਚਾਹੀਦਾ ਸੀ? ਕਿਉਂ ਨਹੀਂ ਗਏ? ਜੇ ਉਹ ਕਹਿੰਦੇ ਸੀ ਸਾਡੇ ਵੋਲੰਟੀਅਰਸ ਲੱਗਣਗੇ ਔਰ ਜਿਹੜੀ ਪੁਲਿਸ ਨੇ ਪਰਮਿਸ਼ਨ ਦਿੱਤੀ ਸੀ ਉਹਦੇ 'ਚ ਇਹ ਕਲੀਅਰ ਕੱਟ ਲਿਖਿਆ ਹੋਇਆ ਸੀ ਵੀ 12 ਵਜੇ ਰੈਲੀ ਸਟਾਰਟ ਕਰਨੀ ਆ। ਪਰ ਤੁਸੀਂ ਰਾਜੇਵਾਲ ਸਾਹਿਬ ਹੋਣ, ਡੱਲੇਵਾਲ ਸਾਹਿਬ ਹੋਣ, ਚਾਹੇ ਕੋਈ ਹੋਰ ਸਾਡਾ ਕਿਸਾਨ ਲੀਡਰ ਹੋਵੇ, ਉਹਨਾਂ ਨੇ ਸਵੇਰੇ 8 ਵਜੇ ਰੈਲੀ ਦੀ ਸ਼ੁਰੂਆਤ ਕੀਤੀ। ਤੁਹਾਡੇ ਚੈਨਲਸ ਨਹੀਂ ਉਹਨਾਂ ਨੂੰ ਜਾ ਕੇ ਕਵਰ ਕੀਤਾ। ਇਹ ਸਿੱਧੀ ਵਾਇਓਲੇਸ਼ਨ ਸੀ। 8 ਵਜੇ ਰੈਲੀ ਦੀ ਸ਼ੁਰੂਆਤ ਕੀਤੀ ਸਵਰਨ ਸਿੰਘ ਪੰਦੇਰ ਹੋਰਾਂ ਨੇ। ਨਹੀਂ, ਤੁਸੀਂ ਕਿਹਾ ਰਾਜੇਵਾਲ ਸਾਹਿਬ 9 ਵਜੇ ਤੋਂ 10 ਵਜੇ ਦੇ ਵਿੱਚ ਲੋਕ ਉਹਨਾਂ ਤੇ ਫੁੱਲਾਂ ਦੀ ਵਰਖਾ ਕਰ ਰਹੇ ਆ ਤੇ ਉਹ ਇੱਕ ਟਰੱਕ ਨੂੰਮਾ ਗੱਡੀ ਦੇ ਉੱਤੇ ਖੜ ਕੇ ਜਾਂ ਉਹ ਇੱਕ SUV ਜਿਹੜੀ ਆਪਾਂ ਕਹਿੰਦੇ ਆ ਉਹਦੇ 'ਚ ਬੈਠ ਕੇ ਦਿੱਲੀ ਵੱਲ ਨੂੰ ਚਾਲੇ ਪਾਤੇ। ਕੌਣ ਚੱਲਿਆ 12 ਵਜੇ ਔਰ ਤੈਅ ਰੂਟ ਤੇ ਕੌਣ ਗਿਆ? ਮੈਂ ਤੁਹਾਨੂੰ 7 ਲੀਡਰ ਕਿਸਾਨ ਆਗੂ ਉਹ ਦੱਸ ਦੇਣਾ ਜਿਹੜੇ ਲਾਲ ਕਿਲੇ ਪਹੁੰਚ ਗਏ ਸੀ ਉਹਨਾਂ ਨੇ, ਪਰ ਉਹ ਕੈਮਰੇ ਦੇ ਸਾਹਮਣੇ ਨਹੀਂ ਆਏ। ਆਪਦੀ ਰਿਸਪੌਂਸਿਬਿਲਿਟੀ ਨੂੰ ਹੈਂਡਲ ਨਹੀਂ ਕਰਨਾ ਹੈ। ਹੁਣ ਤੁਸੀਂ ਇਹਨਾਂ ਗੱਲਾਂ ਨੂੰ ਆਪਾਂ ਜੇ ਦੁਬਾਰਾ ਉਧੇੜਾਂਗੇ ਨਾ, ਪਰ ਮੈਂ ਤੁਹਾਨੂੰ ਹੋਰ ਵੀ ਇਹੋ ਜਿਹੇ ਪਬਲਿਕ ਚਿਹਰੇ ਜਿਹੜੇ ਉੱਥੇ ਸਵਰਨ ਸਿੰਘ ਪੰਦੇਰ ਹੋਣੀ ਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਅੰਮ੍ਰਿਤਸਰ ਵਾਲੀ, ਉਹਨਾਂ ਦਾ ਤਾਂ ਪੰਡਾਲ ਹੀ ਵੱਖਰਾ ਸੀ। ਪੰਡਾਲ ਨਹੀਂ, ਉਹਨਾਂ ਦੀ ਸਟੇਜ ਵੱਖਰੀ ਆ, ਪਰ ਉਹਨਾਂ ਦੀ ਇਹਨਾਂ ਨੂੰ ਸਪੋਰਟ ਆ, ਥਰੂ ਆਊਟ ਸਪੋਰਟ ਰਹੀ ਹੈ। ਬਲਬੀਰ ਸਿੰਘ ਰਾਜੇਵਾਲ ਉਹਨਾਂ ਨੂੰ ਆਪ ਪੁਲਿਸ ਦੇ ਕਹਿਣ ਤੇ ਉਹਨਾਂ ਨੇ ਕਿਹਾ ਕਿ ਮੈਂ 1.5 ਘੰਟਾ ਗੱਲ ਕਰਦਾ ਰਿਹਾ ਵੀ ਅਸੀਂ ਇਕੱਠੇ ਮਿਲ ਕੇ ਤੈਅ ਰੂਟ ਤੇ ਚੱਲਦੇ ਹਾਂ, ਬਟ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਜਾਵਾਂਗੇ, ਸਾਡਾ ਵੱਖਰਾ ਰੂਟ ਹੋਏਗਾ। ਮੇਰੀ ਗੱਲ ਸੁਣੋ, ਉਹਨਾਂ ਨੇ ਇਹ ਗੱਲ ਬਲਬੀਰ ਸਿੰਘ ਰਾਜੇਵਾਲ ਜੀ ਨੇ ਕਹੀ ਵੀ ਸਾਡਾ ਵੱਖਰਾ ਰੂਟ ਹੋਊਗਾ। ਹੁਣ 25 ਦੀ ਰਾਤ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜਾਂ 25 ਦੀ ਰਾਤ ਦੀ ਗੱਲ ਕਰਦੇ ਆ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਵੱਖਰਾ ਰੂਟ ਜਾਂ ਪੁਲਿਸ ਨਾਲ ਸਹਿਮਤ ਰੂਟ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਸ਼ਿਪ ਨੇ ਅਨਾਉਂਸ ਕੀਤਾ, ਉਦੋਂ ਲੋਕਾਂ ਨੇ ਰੌਲਾ ਪਾਤਾ ਉੱਥੇ। ਔਰ ਲੋਕਾਂ ਨੇ ਜਦੋਂ ਰੌਲਾ ਪਾਤਾ ਵੀ ਤੁਸੀਂ ਸਾਨੂੰ ਕਹਿ ਕੇ ਤਾਂ ਕੀ ਬੁਲਾਇਆ, ਲੋਕਾਂ ਨੂੰ ਇਹ ਲੱਗਿਆ ਵੀ ਸਾਡੇ ਨਾਲ ਧੋਖਾ ਕੀਤਾ ਤੁਸੀਂ। ਔਰ ਇੱਕ ਗੱਲ ਹੋਰ ਸੁਣੋ, ਸਾਨੂੰ ਇਹ ਕਹਿ ਕੇ ਬੁਲਾਇਆ ਵੀ ਰਿੰਗ ਰੋਡ ਤੇ ਜਾਣਾ, ਰਿੰਗ ਰੋਡ ਤੇ ਜਾਣਾ, ਰਿੰਗ ਰੋਡ ਤੇ ਜਾਣਾ। ਪੁਲਿਸ ਨਾਲ ਤੁਸੀਂ 22 ਜਾਂ 23 ਤਰੀਕ ਨੂੰ ਸਮਝੌਤਾ ਕਰ ਆਉਣੇ ਹੋ ਵੀ ਨਹੀਂ ਅਸੀਂ ਰਿੰਗ ਰੋਡ ਤੇ ਨਹੀਂ ਜਾਂਦੇ, ਅਸੀਂ ਕੋਈ ਵੱਖਰੇ ਰੂਟ ਤੇ ਜਾਵਾਂਗੇ। ਉਹ ਰੂਟ 23 ਤਰੀਕ ਸਵੇਰ ਤੱਕ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ, ਉਦੋਂ ਤੱਕ ਡਿਨਾਈ ਕਰ ਰਹੇ ਹੋ ਤੁਸੀਂ। ਤੁਹਾਡੀ ਇਰਰਿਸਪੌਂਸਿਬਿਲਿਟੀ ਦੇਖੋ। 25 ਤਰੀਕ ਰਾਤ ਨੂੰ ਜਦੋਂ ਕਿਸਾਨ ਆਗੂਆਂ ਨੇ ਆਪਦਾ ਰੂਟ ਅਨਾਉਂਸ ਕੀਤਾ, ਲੋਕਾਂ ਨੇ ਰੌਲਾ ਪਾਤਾ, ਉਹ ਉੱਥੋਂ ਸਟੇਜ ਤੋਂ ਚਲੇ ਗਏ, ਸਟੇਜ ਛੱਡ ਕੇ ਚਲੇ ਗਏ। ਔਰ ਵੀਡੀਓ 'ਚ ਪਿਆ ਹੈ, ਤੁਹਾਡੇ ਕਿਸੇ ਦੇ ਸਾਹਮਣੇ ਉਹ ਵੀਡੀਓ ਕਿਉਂ ਨਹੀਂ ਆਈ? ਜਦੋਂ ਮੈਂ ਸਟੇਜ ਤੇ ਪਹੁੰਚਿਆ ਉੱਥੇ ਵੀ ਮੈਂ ਇਹੀ ਗੱਲ ਕੀਤੀ ਵੀ ਮੈਂ ਇੱਥੇ ਲੀਡਰ ਬਣ ਨਹੀਂ ਆਇਆ, ਮੈਨੂੰ ਇੱਥੋਂ ਬੋਲਣ ਦਾ ਵੀ ਆਗਿਆ ਹੈ ਨਹੀਂ, ਪਰ ਅੱਜ ਮੈਂ ਇਸ ਕਰਕੇ ਬੋਲ ਰਿਹਾ ਔਰ ਉਹ ਵੀ ਉਹਨਾਂ ਦੀ ਐਬਸੈਂਸ 'ਚ ਆਗਿਆ ਲੈ ਕੇ ਬੋਲ ਰਿਹਾ ਵੀ ਸਾਡੇ ਲੀਡਰਸ਼ਿਪ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ। ਸਾਡੀ ਲੀਡਰਸ਼ਿਪ ਦਾ ਪ੍ਰੈਸ਼ਰ ਸਾਨੂੰ ਸਮਝਣਾ ਚਾਹੀਦਾ। ਆਪਾਂ ਸਾਂਝਣਾ ਫੈਸਲਾ ਲਓ, ਪਰ ਜੋ ਸਾਡੀ ਸੰਗਤ ਆ ਉਹਨਾਂ ਦੇ ਜਜ਼ਬਾਤਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਇੱਕ ਸਾਂਝਾ ਫੈਸਲਾ ਲਈਏ ਤੇ ਲੀਡਰਸ਼ਿਪ ਨਾਲ ਗੱਲ ਕਰਦੇ ਹਾਂ। ਤੁਸੀਂ ਦੀਪ ਮੈਨੂੰ ਇੱਕ ਗੱਲ ਦੱਸੋ, ਤੁਸੀਂ ਜੋ ਲਾਲ ਕਿਲੇ ਤੇ ਜਾ ਕੇ ਕੀਤਾ, ਤੁਹਾਡੀ ਜੋ ਉੱਥੇ ਮੌਜੂਦਗੀ ਸੀ, ਉਹ ਠੀਕ ਸੀਗਾ ਸਭ ਕੁਝ? ਤੁਸੀਂ ਅੱਜ ਜਸਟੀਫਾਈ ਕਰਦੇ ਹੋ ਉਹਨੂੰ ਕਿ ਉਹ ਐਕਸ਼ਨ ਮੇਰਾ ਠੀਕ ਸੀ? ਬਿਲਕੁਲ ਜੀ। ਇਹਦੇ 'ਚ ਗਲਤ ਦੱਸੋ ਕੀ ਹੋਇਆ ਜੀ? ਮੈਂ ਉੱਥੇ ਗਿਆ 2 ਵਜੇ ਪ੍ਰਚਾਰਿਆ ਕੀ ਗਿਆ? ਦੀਪ ਸਿੱਧੂ ਤਾਂ ਸਵੇਰੇ ਹੀ ਉੱਥੇ ਪਹੁੰਚ ਗਿਆ ਸੀ। ਔਰ ਇਹ ਤਾਂ ਹੁਣ ਸਬੂਤਾਂ ਦੇ ਆਧਾਰ ਤੇ, ਜਾਂ ਤੁਸੀਂ ਇਹ ਕਹਿ ਲਓ ਮੇਰੇ ਜਿਹੜੇ ਉੱਥੇ ਮੇਰੇ ਕੋਲੇ ਆਪਦੇ ਸਬੂਤ ਪਏ ਆ, ਮੇਰੇ ਮੋਬਾਈਲ ਲੋਕੇਸ਼ਨਸ ਪਈਆਂ, ਅਸੀਂ ਗੂਗਲ ਮੈਪ ਤੇ ਜਿਹੜਾ ਰਾਹ ਲੱਭ ਗਏ ਆ ਉਹ ਸਭ ਕੁਝ ਪਿਆ। ਕਿੰਨੇ ਵਜੇ ਪਹੁੰਚਿਆ, ਲਾਸਟ ਫੋਨ ਮੈਂ ਘਰੇ ਕੀਤਾ ਉੱਥੇ ਜਾ ਕੇ। ਤੁਹਾਨੂੰ ਲੱਗਦਾ ਹੈ ਕਿ ਲਾਲ ਕਿਲੇ ਤੇ ਜਾ ਕੇ ਤੁਸੀਂ ਜੋ ਹਾਸਿਲ ਕਰਨਾ ਚਾਹੁੰਦੇ ਸੀ ਉਹ ਹਾਸਿਲ ਕਰ ਲਿਆ? ਦੀਪ ਸਿੱਧੂ ਲਾਲ ਕਿਲੇ ਤੇ ਇੱਕ ਪਾਰਟਿਸਪੈਂਟ ਦੀ ਤਰ੍ਹਾਂ ਗਿਆ ਸੀ, ਉਵੇਂ ਜਿਵੇਂ ਹਜ਼ਾਰਾਂ ਪਾਰਟਿਸਪੈਂਟ ਗਏ ਸੀ। ਉੱਥੇ ਹਾਸਿਲ ਕੀ ਕਰਨਾ ਸੀ? ਅਸੀਂ ਲੀਡਰਸ਼ਿਪ ਫੇਲੀਅਰ ਦੀ ਗੱਲ ਦੱਸਦਾ ਮੈਂ ਤੁਹਾਨੂੰ, ਔਰ ਇਹਦਾ ਐਗਜ਼ਾਮਪਲ ਦੇਣਾ ਮੈਂ ਤੁਹਾਨੂੰ ਇਤਿਹਾਸ 'ਚੋਂ। ਲਾਲ ਕਿਲੇ ਤੇ
ਚਾਹੇ ਤੁਹਾਡਾ ਠੀਕ ਲੀਡਰ ਸੀ ਕੌਣ ਉੱਥੇ? ਉਹਦਾ ਨਾਂ ਤਾਂ ਦੱਸ ਦਿਓ ਜਿਹਦਾ ਫੇਲਿਅਰ ਰਿਹਾ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਫੇਲਿਅਰ ਹੈ। ਲੇਕਿਨ ਸੰਯੁਕਤ ਮੋਰਚੇ ਨੇ ਤਾਂ ਤੁਹਾਨੂੰ ਕਦੀ ਆਪਣੀ ਸਟੇਜ ਤੇ ਜਗ੍ਹਾ ਹੀ ਨਹੀਂ ਦਿੱਤੀ, ਤੁਹਾਨੂੰ ਕਦੀ ਸ਼ਮੂਲੀਅਤ ਹੀ ਮੈਨੂੰ ਨਹੀਂ ਦਿੱਤੀ। ਉਹ ਲੋਕ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਕੈਡਰ ਸੀ ਨਾ। ਲੋਕ ਗਿਲਾ ਕਰਨ ਨਾ ਸੰਯੁਕਤ ਮੋਰਚਾ ਨਾਲ। ਨਹੀਂ ਇੱਕ ਮਿੰਟ ਉੱਤੇ ਮੈਂ ਕਿੰਨਾ ਚਾਹਾਂ ਨਾ, ਲੋਕਾਂ ਚੋਂ ਹੀ ਆ ਨਾ। ਨਹੀਂ ਤੁਸੀਂ ਤਾਂ ਉਹਨਾਂ ਦੀ ਲੀਡਰੀ ਕਰਨ ਲੱਗ ਗਏ। ਨਹੀਂ ਲੀਡਰ ਲੋਕੀ ਉਹਨਾਂ ਨੂੰ ਕਹਿੰਦੇ ਨਾ ਤੁਸੀਂ ਕਿਉਂ ਨਹੀਂ ਲੈ ਕੇ ਗਏ ਭਾਈ ਜੀ? ਮੈਂ ਲੀਡਰੀ ਨਹੀਂ ਕਰਨ ਲੱਗਿਆ, ਉਹਨਾਂ ਨੇ ਮੈਨੂੰ ਲੀਡਰ ਬਣਾਇਆ। ਉੱਥੇ ਕਿਸਾਨ ਅੰਦੋਲਨ ਚ ਜਿੰਨੇ ਹਜ਼ਾਰਾਂ ਬੰਦੇ, ਇੱਕ ਦੀਪ ਸਿੱਧੂ ਨੂੰ ਸਾਈਡ ਤੇ ਰੱਖ ਦਿਓ, ਤੁਸੀਂ ਇੱਕ ਬੰਦੇ ਨੂੰ ਅੱਗੇ ਰੱਖ ਕੇ ਸਭ ਕੁਝ ਦੇਖ ਰਹੇ ਹੋ ਨਾ ਉਸ ਦਿਨ ਦਾ ਇਨਸੀਡੈਂਟ, ਇੱਕ ਵਾਰੀ ਇਹਨੂੰ ਸਾਈਡ ਤੇ ਰੱਖੋ। ਹਜ਼ਾਰਾਂ ਬੰਦੇ ਉੱਥੇ ਪਹੁੰਚੇ ਆ, ਲੱਖਾਂ ਬੰਦੇ ਪਹੁੰਚੇ ਆ, ਸਾਰਾ ਦਿਨ ਬੈਠੇ ਰਹੇ। ਵਾਇਲੈਂਸ ਠੀਕ ਹੈ? ਨਹੀਂ ਵਾਇਲੈਂਸ ਠੀਕ ਹੈ? ਨਹੀਂ, ਵਾਇਲੈਂਸ ਬਿਲਕੁਲ ਠੀਕ ਨਹੀਂ ਹੈ। ਇੱਕ ਕਿਸਾਨ ਦੀ ਡੈਥ ਹੋ ਗਈ, ਹਾਂਜੀ, ਪੁਲਿਸ ਵਾਲਿਆਂ ਦੇ ਸੱਟਾਂ ਵੱਜੀਆਂ, ਨਾਰਮਲ ਬੰਦਿਆਂ ਦੇ ਸੱਟਾਂ ਵੱਜੀਆਂ, ਜਗ੍ਹਾ ਜਗ੍ਹਾ ਜੋ ਕੁਝ ਉੱਥੇ ਲਾਈਵ ਟੈਲੀਕਾਸਟ ਹੋਇਆ, ਜੋ ਗੱਡੀਆਂ ਭੰਨੀਆਂ ਗਈਆਂ, ਹਾਂਜੀ, ਉਹ ਠੀਕ ਸੀਗਾ? ਨਹੀਂ, ਬਿਲਕੁਲ ਠੀਕ ਨਹੀਂ। ਕੀ ਵਿਦੇਸ਼ਾਂ ਦੀਪ ਸਿੱਧੂ ਦਾ ਪਾਰਟ ਸੀਗਾ। ਦੀਪ ਸਿੱਧੂ ਦੇ ਤੁਸੀਂ ਬਿਆਨ ਸੁਣੇ ਆ ਉੱਥੇ? ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਉੱਥੇ ਵੀਡੀਓ ਲਾਈਵ ਕਰ ਰਿਹਾ ਸੀ। ਵੀਡੀਓ ਲਾਈਵ ਕਰਨ ਦਾ ਮਤਲਬ ਇਹ ਨਹੀਂ ਲੋਕਾਂ ਨੂੰ ਭੜਕਾਤਾ ਤੇ ਵਾਇਲੈਂਸ ਚ ਪਾਰਟ ਲਿਆ ਉਹਨੇ। ਦੀਪ ਸਿੱਧੂ ਉਸ ਵੀਡੀਓ ਨੂੰ ਲਾਈਵ ਕਰ ਰਿਹਾ ਸੀ। ਤੁਸੀਂ ਮੰਨਦੇ ਹੋ ਇਹ ਗਲਤੀ ਸੀ ਨਾ ਉੱਥੇ ਵੀਡੀਓ ਬਣਾਉਣਾ? ਬਿਲਕੁਲ ਗਲਤੀ ਨਹੀਂ ਸੀ। ਮੈਨੂੰ ਇੱਕ ਗੱਲ ਦੱਸੋ, ਇੰਨਾ ਇਤਿਹਾਸਿਕ ਪਲ, ਉਸ ਇਤਿਹਾਸਿਕ ਪਲ ਨੂੰ ਅਸੀਂ ਹਿੰਸਾ ਨੂੰ ਤੁਸੀਂ ਇਤਿਹਾਸਿਕ ਕਹਿੰਦੇ? ਨਹੀਂ, ਹਿੰਸਾ ਦੀ ਗੱਲ ਕੌਣ ਕਰ ਰਿਹਾ? ਹਿੰਸਾ ਨੂੰ ਇਤਿਹਾਸਿਕ ਕਹਿੰਦੇ? ਨਹੀਂ, ਹਿੰਸਾ ਜਦੋਂ ਤੱਕ ਉਹ ਵੀਡੀਓ ਲਾਈਵ ਹੋਇਆ 2:04 ਤੇ ਉਹ ਵੀਡੀਓ ਲਾਈਵ ਹੋ ਰਿਹਾ, ਜਾਂ 2:08 ਤੁਸੀਂ ਇੱਕ ਜਗ੍ਹਾ ਦੱਸ ਦਿਓ ਨਾ ਜਿੱਥੇ ਹੱਲ ਹੋਇਆ ਹੋਵੇ। ਜੀ ਤੁਸੀਂ ਹਿੰਸਾ ਦੀ ਗੱਲ ਕਿਉਂ ਕਰ ਰਹੇ ਹੋ? ਜਦੋਂ ਹਿੰਸਾ ਹੋਈ ਦੀਪ ਸਿੱਧੂ ਪ੍ਰੈਜ਼ੈਂਟ ਹੀ ਨਹੀਂ ਹੈ ਉੱਥੇ। ਕਦੀ ਵੀ ਅੰਦੋਲਨ ਚ ਦੀਪ ਸਿੱਧੂ ਦੇ ਵਰਡਸ ਲਾਲ ਤਾਕਤ ਔਰ ਭੀੜ ਨੂੰ ਗਲਤ ਜਗ੍ਹਾ ਇਸਤੇਮਾਲ ਕਰਨਾ ਇਹ ਸਹੀ ਨਹੀਂ ਠਹਿਰਾਇਆ ਜਾ ਸਕਦਾ। ਜੀ ਪਰ ਉਹ ਕੀਤਾ ਨਹੀਂ। ਤੁਹਾਨੂੰ ਫੈਕਟ ਤਾਂ ਪਤਾ ਕਰੋ ਨਾ, ਤੁਸੀਂ ਪਰਸੈਪਸ਼ਨ। ਮੈਂ ਦੇਖ ਰਿਹਾ ਸੀ ਸਭ ਕੁਝ। ਇੱਕ ਗੱਲ ਸੁਣੋ, ਮੈਂ ਦੇਖ ਰਿਹਾ ਸੀ, ਫੈਕਟਸ ਪਤਾ ਕਰਨ ਦੀ ਗੱਲ ਨਹੀਂ ਹੈ। ਫਿਰ ਤੁਹਾਡੀਆਂ ਅੱਖਾਂ ਅੱਗੇ ਪੁਲਿਸ ਵਾਲੇ ਨਾਲੇ ਚਾਹੀਦਾ ਸੀ, ਉਹ ਆਇਆ ਨਹੀਂ। ਪੁਲਿਸ ਵਾਲੇ ਸਾਈਡ ਤੇ ਬੈਠੇ ਆ, ਉਹ ਨਾਲਿਆਂ ਚ ਕੁੱਦ ਰਹੇ। ਉਹ ਤਾਂ ਬਹੁਤ ਗਲਤ ਗੱਲ ਆ। ਕਿਉਂ ਕੁੱਦ ਰਹੇ? ਉਹ ਤਾਂ ਬਹੁਤ ਗਲਤ ਗੱਲ ਹੋਈ ਹੈ। ਕੌਣ ਕਹਿ ਦੂਗਾ ਤੁਹਾਨੂੰ ਸਾਨੂੰ ਕੀ ਇਹ ਠੀਕ ਕਰ ਰਹੇ ਸੀ? ਮੈਂ ਇੱਕ ਗੱਲ ਦੱਸਦਾ, ਉੱਥੇ ਮੈਂ 2 ਇੰਟਰਵਿਊਜ਼ ਕੀਤੀਆਂ, ਦੋਨਾਂ ਇੰਟਰਵਿਊਜ਼ ਚ ਮੇਰੇ ਲਫ਼ਜ਼ ਸੀ। ਮੈਂ ਤੈਨੂੰ ਇਹਦੀ ਵੀ ਐਗਜ਼ਾਮਪਲ ਦਿੰਦਾ। ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਅਸੀਂ ਆਪਦਾ ਡੈਮੋਕ੍ਰੈਟਿਕ ਰਾਈਟ ਪੀਸਫੁਲ ਪ੍ਰੋਟੈਸਟ ਦਾ ਐਕਸਰਸਾਈਜ਼ ਕਰ ਰਹੇ ਹਾਂ। ਉਹ ਪੀਸਫੁਲ ਸੀ? ਇਹੀ ਗੱਲ ਤਾਂ ਮੈਂ ਤੁਹਾਨੂੰ ਦੱਸ ਰਿਹਾ। ਫਿਰ ਮੈਂ ਟਰੈਕਟਰ ਤੇ ਖੜੇ ਹੋ ਕੇ ਇਹ ਗੱਲ ਕਹੀ, ਅਸੀਂ ਹਿੰਸਕ ਨਹੀਂ ਆ, ਹਿੰਸਾ ਸਾਡੇ ਮਨਾਂ 'ਚ ਹੋ ਹੀ ਨਹੀਂ ਸਕਦੀ, ਅਸੀਂ ਜਾਬਤੇ 'ਚ ਰਹਿ ਕੇ ਇਹ ਪ੍ਰੋਟੈਸਟ ਕਰਨਾ। ਹੁਣ ਦੀਪ ਸਿੱਧੂ ਕੱਲਾ ਲੀਡਰ ਨਹੀਂ ਆ ਉੱਥੇ। ਲੀਡਰਸ਼ਿਪ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਵੀ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰੋ, ਇੱਥੇ ਕੁਝ ਵੀ ਹੋ ਸਕਦਾ, ਔਰ ਉੱਥੇ ਕੁਝ ਵੀ ਹੋਇਆ। ਦੀਪ ਹਾਸਿਲ ਕੀ ਕੀਤਾ ਤੁਸੀਂ? ਕੱਲਾ ਦੀਪ ਹਾਸਲ ਕਰਨ ਗਿਆ ਸੀ ਜਾਂ ਸਾਰੇ ਬੰਦੇ ਹਾਸਲ ਕਰਨ ਗਏ ਸੀ? ਇੱਕ ਮਿੰਟ, ਤੁਸੀਂ ਆਪਣੀ ਗੱਲ ਕਰੋ ਨਾ, ਬਾਕੀਆਂ ਦੀ ਬਾਕੀ ਕਰਨਗੇ। ਤੁਸੀਂ ਆਪਣਾ ਦੱਸੋ ਨਾ। ਕਲੈਕਟਿਵ ਦੇਖੋ, ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਨਹੀਂ, ਤੁਸੀਂ ਬਾਕੀਆਂ ਦੇ ਸਿਰ ਤੇ। ਮੈਂ ਤੁਹਾਨੂੰ ਪੁੱਛ ਰਿਹਾ ਡਾਇਰੈਕਟ ਕਿ ਤੁਹਾਨੂੰ ਕੀ ਹਾਸਿਲ ਹੋਇਆ? ਬਹੁਤ ਕੁਝ ਹਾਸਿਲ ਹੋਇਆ ਜੀ। ਦੱਸੋ ਕੀ ਹਾਸਿਲ ਹੋਇਆ? ਮੈਨੂੰ ਇਹ ਹਾਸਿਲ ਹੋਇਆ, ਇਹ ਦੇਖਿਆ ਮੈਂ ਵੀ ਸਾਡੀ ਲੀਡਰਸ਼ਿਪ ਕਿੰਨੀ ਇਰਰਿਸਪੌਂਸਿਬਲ ਹੋ ਸਕਦੀ ਆ। ਇਸ ਗੱਲ ਨੂੰ ਮੈਂ ਸਮਝਿਆ। ਮੈਂ ਇਹ ਵੀ ਗੱਲ ਵੀ ਸਮਝੀ। ਇੱਕ ਮਿੰਟ, ਹੁਣ ਸੁਣ ਲੈਣ ਦਿਓ। ਤੁਸੀਂ ਆਪਣੀ ਗਲਤੀ ਨੂੰ ਲੀਡਰਾਂ ਦੀ ਰਿਸਪੌਂਸਿਬਿਲਿਟੀ ਤੇ ਪਾ ਕੇ ਨਹੀਂ ਬਚ ਸਕਦੇ ਭਾਈ ਜੀ। 4 ਸਾਈਡ ਤੋਂ ਮੋਰਚਾ ਟੁੱਟਿਆ, 4 ਸਾਈਡ ਤੋਂ ਬੈਰੀਕੇਡ ਟੁੱਟੀ ਆ, 4 ਸਾਈਡ ਤੋਂ ਦੀਪ ਸਿੱਧੂ ਤੋੜ ਕੇ ਲੈ ਗਿਆ। ਤੁਸੀਂ ਇੱਕ ਬੰਦੇ ਤੇ ਪਾਤੀ ਸਾਰੀ ਗੱਲ। ਬਾਕੀ ਮੋਰਚੇ ਟੁੱਟੇ ਤਾਂ ਉਹ ਰਾਸ਼ਟਰਪਤੀ ਭਵਨ ਜਾਂ ਪ੍ਰਾਈਮ ਮਿਨਿਸਟਰ ਹਾਊਸ 'ਚ ਨਹੀਂ ਬੜੇ। ਭਾਈ ਜੀ ਇੱਕ ਮਿੰਟ, ਉਹੀ ਗੱਲ ਮੈਂ ਤੁਹਾਨੂੰ ਦੱਸਦਾ। ਕੋਈ ਰਾਸ਼ਟਰਪਤੀ, ਮੈਨੂੰ ਤਕਲੀਫ ਸਿਰਫ ਇਸ ਗੱਲ ਦੀ ਹੈ ਕਿ ਸ਼ਾਇਦ ਇਹ ਅੰਦੋਲਨ ਉਸ ਦਿਨ ਹਿੰਸਾ ਨਾ ਹੋਈ ਹੁੰਦੀ ਤਾਂ ਸ਼ਾਇਦ ਕਿਸੇ ਹੋਰ ਮੁਕਾਮ ਤੇ ਹੁੰਦਾ। ਨਹੀਂ, ਮੁਕਾਮ ਉਹੀ ਤਾਂ ਮੈਂ ਗੱਲ ਕਰ ਰਿਹਾ। ਹਿੰਸਾ ਨੂੰ ਤਾਂ ਕੋਈ ਪ੍ਰਮੋਟ ਹੀ ਨਹੀਂ ਕਰ ਰਿਹਾ ਬਾਈ। ਗੱਲ ਕੀ ਹੋ ਰਹੀ ਆ? 4 ਸਾਈਡ ਤੋਂ ਬਾਰਡਰ ਟੁੱਟੇ ਆ, 4 ਸਾਈਡ ਤੋਂ ਸਾਰੇ ਮੋਬਿਲਾਈਜ਼ ਹੋ ਕੇ ਯਾਨੀ ਉਹ ਟੁੱਟ ਰਹੇ ਸੀ ਤਾਂ ਤੁਸੀਂ ਵੀ ਜੋ ਕੀਤਾ ਤੁਸੀਂ ਵੀ ਠੀਕ ਕੀਤਾ। ਮੈਂ ਤਾਂ ਇੱਕ ਸਾਹਮਣੇ ਗਲਤੀ ਕਰ ਰਿਹਾ ਜੀ, ਇਹ ਵੀ ਕਰ ਰਿਹਾ ਤਾਂ ਮੈਂ ਇੱਧਰ ਕਰ ਦੇਣਾ। ਭਾਈ ਜੀ ਇੱਕ ਮਿੰਟ, ਗਲਤੀ ਕਿਸੇ ਨੇ ਕੁਝ ਨਹੀਂ ਕੀਤੀ ਉੱਥੇ। ਗਲਤੀ ਨੂੰ ਰੋਕਣਾ ਜਾਂ ਗਲਤੀ ਤੋਂ ਦੂਰ ਹੋਣ ਦੀ ਬਜਾਏ ਆਪਾਂ ਗਲਤੀ ਕਰਾਂਗੇ, ਆਪਾਂ ਵੀ ਉਹੀ। ਗਲਤੀ ਕਿਸੇ ਨੇ ਨਹੀਂ ਕੀਤੀ। ਮੈਂ ਉੱਥੇ ਡੰਡੇ ਚੱਕ ਕੇ ਪੁਲਿਸ ਵਾਲਿਆਂ ਦੇ ਸਿਰ 'ਚ ਨਹੀਂ ਮਾਰੇ। ਮੈਂ ਹਿੰਸਾ ਨੂੰ ਪ੍ਰਮੋਟ ਨਹੀਂ ਕੀਤਾ, ਮੈਂ ਹਿੰਸਾ 'ਚ ਪਾਰਟਿਸਿਪੇਟ ਨਹੀਂ ਕੀਤਾ। ਕਦੀ ਵੀ ਭੀੜ ਹੁੰਦੀ ਹੈ ਨਾ, ਭੀੜ ਨੂੰ ਡੰਡੇ ਮਾਰਨ ਲਈ ਕੋਈ ਨਹੀਂ ਕਹਿੰਦਾ। ਭੀੜ ਨੂੰ ਡੰਡੇ ਮਾਰਨ ਵਾਲੀ ਥਾਂ ਤੇ ਲਿਜਾਣਾ ਹੀ ਡੰਡੇ ਮਾਰਨ ਲਾਇਕ ਹੁੰਦਾ। ਉਹੀ ਤਾਂ ਗੱਲ ਮੈਂ ਕਰ ਰਿਹਾ। ਭੀੜ ਨੂੰ ਪਹਿਲਾਂ ਡੰਡੇ ਮਾਰਨ ਜਾਂ ਖਾਣ ਵਾਲੀ ਥਾਂ ਤੇ ਲਿਜਾ ਕੌਣ ਲੈ ਕੇ ਗਿਆ? ਇਹ ਦੱਸੋ ਮੈਨੂੰ। ਦੀਪ ਸਿੱਧੂ ਲੈ ਕੇ ਗਿਆ। ਅਗਰ ਮੰਨ ਲਓ ਲੋਕਾਂ ਦਾ ਤੁਹਾਡੇ 'ਚ ਜ਼ਿਆਦਾ ਯਕੀਨ ਸੀ ਔਰ ਉਹ ਲੀਡਰਸ਼ਿਪ ਠੀਕ ਪਰਫਾਰਮ ਨਹੀਂ ਕਰ ਰਹੀ ਸੀ ਜਿਹੜੀ ਉੱਥੇ ਲੋਕਾਂ ਨੂੰ ਬੁਲਾ ਰਹੀ ਸੀਗੀ, ਫਿਰ ਤੁਹਾਨੂੰ ਉੱਥੋਂ ਭੱਜਣਾ ਕਿਉਂ ਪਿਆ ਹਿੰਸਾ ਤੋਂ ਬਾਅਦ? ਤੁਸੀਂ ਉੱਥੇ ਰਹਿੰਦੇ। ਮੈਂ ਭੱਜਿਆ। ਲੱਖਾ ਸਦਾਣਾ ਵੀ ਤਾਂ ਉੱਥੇ ਹੈ। ਨਹੀਂ, ਮੈਂ ਭੱਜਿਆ ਨਹੀਂ ਜੀ। ਨਹੀਂ, ਤੁਹਾਡਾ ਵੀਡੀਓ ਹੈ, ਤੁਸੀਂ ਉੱਥੋਂ ਨਿਕਲੇ, ਉਹੀ ਲੋਕੀ ਮਗਰ ਪੈ ਗਏ। ਨਹੀਂ ਬਾਈ ਜੀ, ਨਹੀਂ, ਇਹ ਵੀ ਗਲਤ ਫਹਿਮੀ ਆ। ਸਾਨੂੰ ਇਸ ਗੱਲ ਤੇ ਵੀ ਕਲੈਰਿਟੀ ਚਾਹੀਦੀ ਆ। ਜਦੋਂ ਮੈਂ ਲਾਲ ਕਿਲੇ 'ਚੋਂ ਆਇਆ, ਲਾਲ ਕਿਲੇ 'ਚ ਤਾਂ ਮੈਂ ਲੋਕਾਂ ਨੂੰ ਟਿਕਾ ਕੇ ਉੱਤੇ ਗਿਆ, ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਪੁਲਿਸ ਦੀ ਹੈਲਪ ਕੀਤੀ।
ਇਹ ਤੁਸੀਂ ਵੀਡੀਓਜ਼ ਪਈ ਆ ਮੇਰੇ ਫੇਸਬੁੱਕ ਅਕਾਊਂਟ ਤੇ ਅਫੀਸ਼ੀਅਲ ਤੇ ਪਲੀਜ਼ ਜਾਓ ਦੇਖੋ। ਪੁਲਿਸ ਦੇ ਨਾਲ ਪੁਲਿਸ ਨੇ ਕਿਹਾ ਯਾਰ ਆਪਦੇ ਲੋਕਾਂ ਨੂੰ ਥੱਲੇ ਲੈ ਕੇ ਜਾਓ। ਮੈਂ ਲੋਕਾਂ ਦੀਆਂ ਤੁਹਾਨੂੰ ਕਹਿਣਾ ਚਾਹੀਦਾ ਸੀ ਮੈਂ ਕਿਹੜਾ ਲੀਡਰ ਹਾਂ, ਇੱਥੇ ਤਾਂ ਲੀਡਰਾਂ ਨੂੰ ਬੁਲਾਓ ਜਿਨ੍ਹਾਂ ਨੇ ਇੱਥੇ ਲਿਆ। ਬਾਈ ਹੈ ਨਹੀਂ ਨਾ, ਪਰ ਕੋਈ ਤਾਂ ਸੈਂਸ ਆਫ ਰਿਸਪੌਂਸਿਬਿਲਿਟੀ ਸਮਝੋ। ਪੁਲਿਸ ਨੇ ਕਿਉਂ ਤੁਹਾਨੂੰ ਕਿਹਾ? ਇਹਦਾ ਮਤਲਬ ਕਿਉਂ ਗਿਆ? ਲੋਕ ਮੇਰੀ ਗੱਲ ਸੁਣ ਰਹੇ ਸੀ। ਇਹਦਾ ਮਤਲਬ ਇਹੀ ਹੈ ਕਿ ਜਿਹੜੇ ਉੱਥੇ ਲੋਕ ਗਏ ਸੀ ਉਹ ਤੁਹਾਡੀ ਗੱਲ ਸੁਣ ਕੇ ਹੀ ਗਏ? ਨਹੀਂ, ਉਹ ਮੇਰੇ ਨਾਲ ਆਈਡੈਂਟੀਫਾਈ ਕਿਉਂ ਕਰ ਰਹੇ ਸੀ? ਕਿਉਂਕਿ ਕੋਈ ਰਿਸਪੌਂਸਿਬਲ ਬੰਦਾ ਜਿਹੜਾ ਕਿਸਾਨ ਐਜੀਟੇਸ਼ਨ 'ਚ ਪਿਛਲੇ 5 ਮਹੀਨਿਆਂ ਤੋਂ ਆਪਦੀ ਆਵਾਜ਼ ਬੁਲੰਦ ਕਰ ਰਿਹਾ, ਉਹ ਉੱਥੇ ਮੌਜੂਦ ਆ। ਉੱਥੇ ਮੈਂ ਚਾਹੁੰਦਾ ਦੇਖੋ ਤੁਹਾਡੀ ਇਸ ਗੱਲ 'ਚ ਇਹ ਕਨਫੈਸ਼ਨ ਵੀ ਹੈ ਕਿ ਉਹ ਲੋਕ ਤੁਹਾਡੀ ਗੱਲ ਸੁਣ ਰਹੇ ਸੀ। ਬਿਲਕੁਲ ਸੁਣ ਰਹੇ ਸੀ। ਕਿਉਂ? ਕਿਉਂਕਿ ਹੋਰ ਕੋਈ ਬੰਦਾ ਹੀ ਨਹੀਂ ਸੀ ਜਿਹਨੂੰ ਪਛਾਣ ਸਕਣ, ਜਿਹਦੇ ਨਾਲ ਆਈਡੈਂਟੀਫਾਈ ਕਰ ਸਕਣ। ਲੋਕਾਂ ਨੇ ਮੇਰੀ ਗੱਲ ਸੁਣ ਕੇ ਥੱਲੇ ਵੀ ਆਏ ਆ। ਤੁਹਾਡਾ ਐਕਸ਼ਨ ਠੀਕ ਸੀ ਤੇ ਤੁਹਾਨੂੰ ਆਪਣੇ ਆਪ ਨੂੰ ਡਿਫੈਂਡ ਕਰਕੇ ਉੱਥੇ ਰਹਿਣਾ ਚਾਹੀਦਾ ਸੀ। ਦੀਪ ਸਿੱਧੂ ਦੇ ਤਾਂ ਸਾਰੀ ਖਲਕਤ ਉਲਟ ਕਰਤੀ ਤੁਸੀਂ। ਦੀਪ ਸਿੱਧੂ ਦੇ ਤਾਂ ਲੁੱਕਆਊਟ ਨੋਟਿਸ ਜਾਰੀ ਹੋ ਗਿਆ। ਦੀਪ ਸਿੱਧੂ ਦੇ ਲਾਲ ਕਿਲੇ 'ਚ ਜਾ ਕੇ ਵੀਡੀਓ ਬਣਾਓਗੇ ਤੇ ਉਹ ਲੁੱਕਆਊਟ ਨੋਟਿਸ ਹੀ ਜਾਰੀ ਹੋਏਗਾ ਨਾ। ਕਿਉਂ ਲੁੱਕਆਊਟ ਨੋਟਿਸ? ਤੋੜਫੋੜ ਕਰੋਗੇ ਤਾਂ ਨੋਟਿਸ ਹੀ ਜਾਰੀ ਹੋਊਗਾ ਨਾ। ਕਿਸ ਬੰਦੇ ਨੇ ਤੋੜਫੋੜ ਕੀਤੀ? ਤੁਸੀਂ ਨਹੀਂ ਕੀਤੀ ਸੀ, ਤੁਸੀਂ ਪੁਲਿਸ ਕੋਲ ਜਾਂਦੇ ਸੀ ਕਿ ਮੈਂ ਕੁਝ ਨਹੀਂ ਕੀਤਾ। ਮੈਂ ਤਾਂ ਪੁਲਿਸ ਨੂੰ ਦੂਜੇ ਦਿਨ ਹੀ ਕਹਿਤਾ ਸੀ ਆਈ ਵਿਲ ਜੁਆਇਨ ਇਨਵੈਸਟੀਗੇਸ਼ਨ। ਮੈਂ ਉਸ ਸਵਾਲ ਤੇ ਆਨਾ, ਤੁਸੀਂ ਖਤਮ ਕਰ ਲਓ ਵੀ ਉੱਥੋਂ ਨਿਕਲੇ ਕਿਉਂ, ਫਿਰ ਮੈਂ ਆਨਾ ਕਿ ਤੁਹਾਨੂੰ ਦੱਸਿਆ ਅੰਡਰਗਰਾਉਂਡ ਵੀ ਰਹੇ ਨਾ। ਫਿਰ ਮੈਂ ਦੱਸਦਾ ਕਿਉਂ ਰਿਹਾ ਅੰਡਰਗਰਾਉਂਡ ਦੀ ਵੀ ਤੁਹਾਨੂੰ ਕਹਾਣੀ ਦੱਸਦਾ। ਸਾਰੀ ਗੱਲਾਂ ਦੱਸੋ। ਹਾਂਜੀ, ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਨਿਕਲਿਆ ਮੋਰਚੇ 'ਚ ਆਇਆ, ਮੋਰਚੇ 'ਚ ਆ ਕੇ ਮੈਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੁਝ ਬੰਦਿਆਂ ਨੇ, ਮੈਂ ਨਾਂ ਨਹੀਂ ਲਾਉਂਗਾ ਅੱਜ ਕਿਉਂਕਿ ਉਹ ਨਵੀਂ ਇੱਕ ਕੰਟਰੋਵਰਸੀ ਸ਼ੁਰੂ ਹੋ ਜੂਗੀ, ਮੈਨੂੰ ਸਭ ਬੰਦਿਆਂ ਦਾ ਪਤਾ ਕਿਹਨੇ ਅਟੈਕ ਕੀਤਾ, ਕਿਹਨੇ ਕਰਵਾਇਆ ਸੀ, ਸਭ ਕੁਝ ਸਾਹਮਣੇ ਆ ਗਿਆ। ਲੇਕਿਨ ਚੰਗਾ ਰਹੇਗਾ ਨਾ ਦੱਸੋਗੇ ਤਾਂ। ਨਹੀਂ ਭਾਈ ਜੀ, ਤਾਂ ਕਿ ਅੱਗੇ ਤੋਂ ਵੀ ਇਹ ਪਤਾ ਲੱਗ ਜੇ ਵੀ ਤੌਮ ਤਾਂ ਲਾਉਣੀਆਂ ਦੂਜੇ ਬੰਦਿਆਂ ਦਾ, ਉਹਨਾਂ ਬੰਦਿਆਂ ਦਾ ਸਟਾਈਲ ਤੇ ਉਹਨਾਂ ਬੰਦਿਆਂ ਦਾ ਉਹ ਕਿਰਦਾਰ ਹੋ ਸਕਦਾ, ਦੀਪ ਸਿੱਧੂ ਦਾ ਕਿਰਦਾਰ। ਲੇਕਿਨ ਹਵਾ 'ਚ ਵੀ ਕਿਸੇ ਦੇ ਬਾਰੇ ਕਹਿ ਦੇਣਾ ਫਿਰ ਤਾਂ ਸਾਰਿਆਂ ਨੂੰ ਗਲਤ ਠਹਿਰਾ ਦੇਣਾ। ਨਹੀਂ, ਹਵਾ 'ਚ ਨਹੀਂ ਆ, ਅਟੈਕ ਤਾਂ ਹੋਇਆ ਨਾ, ਇਹ ਤਾਂ ਸਾਹਮਣੇ ਆਇਆ। ਇਹਦਾ ਮਤਲਬ ਲੋਕ ਨਾਰਾਜ਼ ਹੋ ਗਏ ਨਾ ਤੁਹਾਡੇ ਐਕਸ਼ਨ ਤੋਂ। ਲੋਕ ਨਾਰਾਜ਼ ਨਹੀਂ ਹੋਏ, ਟਾਰਗੇਟ ਹੋਇਆ ਮੈਂ, ਟਾਰਗੇਟ ਕੀਤਾ ਗਿਆ। ਸਰਕਾਰ ਨੇ ਵੀ ਟਾਰਗੇਟ ਕੀਤਾ, ਸਾਡੇ ਜਿਹੜੇ ਲੀਡਰ ਸੀ ਉਹਨਾਂ ਨੇ ਵੀ ਟਾਰਗੇਟ ਕੀਤਾ। ਲੀਡਰ ਕਹਿ ਰਹੇ ਕਿ ਤੁਸੀਂ ਸਰਕਾਰ ਦੇ ਸਪਾਂਸਰਡ ਸੀ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਵੀ ਟਾਰਗੇਟ ਕੀਤਾ, ਲੀਡਰਸ ਨੇ ਵੀ ਟਾਰਗੇਟ ਕੀਤਾ। ਐਬਸੋਲੂਟਲੀ, ਇਹਦਾ ਰੀਜ਼ਨ ਆ ਦੀਪ ਸਿੱਧੂ ਇੱਕ ਮੀਡੀਆ ਫੇਸ ਬਣ ਗਿਆ ਸੀ ਐਜੀਟੇਸ਼ਨ 'ਚ। ਮੀਡੀਆ ਨੇ, ਇਹਦਾ ਮਤਲਬ ਸਾਰੇ ਲੋਕਾਂ ਨੂੰ ਇਸਤੇਮਾਲ ਕਰ ਰਹੇ ਹੈ। ਨਹੀਂ, ਚਾਹੇ ਮੀਡੀਆ ਫੇਸ ਬਣਨ ਲਈ, ਚਾਹੇ ਆਪਣੀ ਲੀਡਰਸ਼ਿਪ ਚਮਕਾਉਣ ਲਈ। ਕੌਣ ਇਸਤੇਮਾਲ ਕਰ ਰਹੇ ਆ? ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਮੁੱਦਾ ਸਾਡਾ ਖੇਤੀਬਾੜੀ ਬਿੱਲ ਹੈਗੇ ਆ, ਆਪਾਂ ਕਿਹੜੇ ਚੱਕਰ 'ਚ ਪੈ ਗਏ ਉੱਥੇ ਜਾ ਕੇ? ਭਾਈ ਜੀ ਤੁਸੀਂ ਫੇਰ ਉੱਥੇ ਹੀ ਆ ਗਏ ਹੋ। ਖੇਤੀਬਾੜੀ ਬਿੱਲ ਸਾਡਾ ਮੁੱਦਾ, ਪਰ ਖੇਤੀਬਾੜੀ ਬਿੱਲ ਮੁੱਦਾ ਜਾ ਕੇ ਖੜਦਾ ਕਿੱਥੇ ਆ? ਹੋਂਦ ਤੇ। ਹੋਂਦ 'ਚ ਕੀ ਹੁੰਦਾ? ਇੱਕ ਸੈਕਿੰਡ, ਤੁਸੀਂ ਉੱਥੇ ਹੀ ਆ ਜਾਓ। ਲੀਡਰਸ ਨੇ ਤੁਹਾਡੇ ਖਿਲਾਫ ਪ੍ਰਵੋਕ ਕੀਤਾ ਲੋਕਾਂ ਨੂੰ। ਹਾਂਜੀ, ਫਿਰ ਕੀ ਹੋਇਆ? ਜਦੋਂ ਮੈਂ ਉੱਥੋਂ ਮੋਰਚੇ 'ਚੋਂ ਨਿਕਲਿਆ, ਤੁਸੀਂ ਕਿਹੜੀ ਕਹਾਣੀ ਪੁੱਛਣਾ ਚਾਹੁੰਦੇ ਹੋ? ਪ੍ਰਵੋਕ ਮੇਰੇ ਖਿਲਾਫ ਇਹ ਕੀਤਾ ਵੀ ਦੀਪ ਸਿੱਧੂ ਨੇ ਸਾਰੀ ਗੱਲ ਜੋ ਅੱਜ ਕੀਤੀ ਹੈ, ਦੀਪ ਸਿੱਧੂ ਨੇ ਸਾਰਾ ਇਹ ਹਿੰਸਾ ਵੀ ਉਹਨੇ ਭੜਕਾਈ ਹੈ, ਲੋਕ ਵੀ ਉਹ ਲੈ ਕੇ ਗਿਆ ਤੇ ਇਹਦਾ ਰਿਸਪੌਂਸਿਬਲ ਦੀਪ ਸਿੱਧੂ ਆ। ਇਹੀ ਗੱਲ ਸਰਕਾਰ ਨੇ ਕਹੀ। ਸਰਕਾਰ ਤੇ ਲੀਡਰਸ਼ਿਪ ਜੋ ਕਹਿ ਰਿਹਾ ਉਹਦੇ 'ਚ ਕੋਈ ਫਰਕ ਸੀਗਾ? ਇੰਨਾ ਵੀ ਫਰਕ ਨਹੀਂ ਸੀ, ਦੋਨੇ ਉਹੀ ਇੱਕੋ ਹੀ ਗੱਲਾਂ ਕਰ ਰਹੇ ਸੀ। ਸਰਕਾਰ ਨੇ ਤਾਂ ਕੋਈ ਗੱਲ ਹੀ ਨਹੀਂ ਕਹੀ ਸੀ ਵੈਸੇ। ਕਿਉਂ ਨਹੀਂ ਕਹੀ? ਉਹ ਤਾਂ ਚੁੱਪ ਰਹੇ। ਨਹੀਂ, ਸਰਕਾਰ ਨੇ, ਪੁਲਿਸ ਨੇ ਕੇਸਿਸ ਬਾਅਦ ਚ ਦਰਜ ਕੀਤੇ। ਦੇਖੋ, ਉਹ ਮੀਡੀਆ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਆ, ਉਹ ਮੀਡੀਆ ਜਿਹੜਾ ਗਵਰਨਮੈਂਟ ਸਪਾਂਸਰ ਮੀਡੀਆ, ਉਹ ਮੀਡੀਆ ਇਹ ਖਬਰ ਚਲਾ ਰਿਹਾ ਹੀ ਇਜ਼ ਬੀਜੇਪੀ ਪਰਸਨ। ਕਿਉਂ? ਤੁਸੀਂ ਕਿਸੇ ਨੇ ਸੋਚਿਆ? ਚਲੋ ਇੱਕ ਸੈਕਿੰਡ, ਮੀਡੀਆ ਕਿਸੇ ਦੇ ਕਹਿਣ ਤੇ ਚਲਾ ਰਿਹਾ ਸੀ ਖਬਰ। ਰਕੇਸ਼ ਟਿਕੈਤ ਕਿਹਦੇ ਕਹਿਣ ਤੇ ਕਹਿ ਰਹੇ ਸੀ ਇਹ ਗੱਲ? ਮੈਂ ਤੁਹਾਨੂੰ ਦੱਸਦਾ, ਰਕੇਸ਼ ਟਿਕੈਤ ਜਿਹੜੇ ਬੜੇ ਸਤਿਕਾਰਯੋਗ ਆ, ਪਰ ਉਹ 26 ਤਰੀਕ ਤੋਂ ਪਹਿਲਾਂ ਕਿੱਥੇ ਸੀ ਐਜੀਟੇਸ਼ਨ 'ਚ? ਨਹੀਂ, ਉਹਨਾਂ ਨੇ ਕਿਹਦੇ ਕਹਿਣ ਤੇ ਕਿਹਾ ਤੁਹਾਨੂੰ ਕਿ ਇਹ ਗਵਰਨਮੈਂਟ ਦਾ ਸਪਾਂਸਰਡ ਬੰਦਾ ਸੀ? ਮੈਂ ਤੁਹਾਨੂੰ ਦੱਸਦਾ ਕਿਹਦੇ ਕਹਿਣ ਤੇ ਕਿਹਾ। 26 ਤਰੀਕ ਤੋਂ ਪਹਿਲਾਂ ਕਿੱਥੇ ਸੀ ਐਜੀਟੇਸ਼ਨ 'ਚ? ਕਦੇ ਸੁਣਿਆ ਸੀ ਤੁਸੀਂ ਰਕੇਸ਼ ਟਿਕੈਤ? ਗਾਜੀਪੁਰ ਲੱਗਾ ਹੋਇਆ ਸੀ ਉਹਨਾਂ ਦਾ। ਕੋਈ ਨਾਂ ਸੁਣਿਆ ਸੀ ਕਿਸੇ ਨੇ? ਨਹੀਂ, ਨਾਂ ਤਾਂ ਸੁਣਿਆ ਹੋਇਆ। ਉਹਨਾਂ ਦੇ ਫਾਦਰ ਦੇ ਮਹਿੰਦਰ ਸਿੰਘ ਟਿਕੈਤ ਦੇ ਟਾਈਮ ਦੇ ਨਾਂ ਸੁਣਿਆ ਹੋਇਆ ਸੀ। ਇੱਕ ਮਿੰਟ, ਸੁਣਿਆ ਹੋਇਆ। ਜਿਸ ਤਰ੍ਹਾਂ ਦਾ ਉਹਨਾਂ ਦਾ ਆਧਾਰ ਬਣਿਆ 26 ਤਰੀਕ ਤੋਂ ਬਾਅਦ, ਉਦੋਂ ਪਹਿਲਾਂ ਉਹਦਾ ਵੀ ਕ੍ਰੈਡਿਟ ਤੁਸੀਂ ਲਓ। ਜੇ ਤੁਸੀਂ ਇਹ ਸਭ ਨਾ ਕਰਦੇ ਤਾਂ ਟਿਕੈਤ ਨੂੰ ਨਾ ਚੱਕਣ ਜਾਂਦੀ ਪੁਲਿਸ, ਤੇ ਨਾ ਉਹ ਰੋਂਦੇ, ਤੇ ਨਾ ਉਹਨਾਂ ਦੇ ਨਾਲ तमाम ਖਲਕਤ ਖੜੀ ਹੋ ਜਾਂਦੀ। ਬਿਲਕੁਲ ਜਮਾਂ ਸਹੀ ਗੱਲ ਕਹੀ ਆ ਤੁਸੀਂ। ਹੁਣ ਇਹਦਾ ਮੈਂ ਤੁਹਾਨੂੰ ਰੀਜ਼ਨ ਦੱਸਦਾ। ਜਦੋਂ ਲੀਡਰਸ਼ਿਪ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੇ ਨਾ, ਲੀਡਰਸ਼ਿਪ ਕਿਉਂ ਕਰ ਰਹੀ ਆ? ਕਿਉਂਕਿ ਤੁਸੀਂ ਉਹਨਾਂ ਨੂੰ ਵਾਰ-ਵਾਰ ਕ੍ਰਿਟਿਸਾਈਜ਼ ਕਰ ਰਹੇ ਹੋ। ਲੀਡਰਸ਼ਿਪ ਨੂੰ ਕ੍ਰਿਟਿਸਾਈਜ਼ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਅਸੀਂ ਉਹਨਾਂ ਦੀ ਆਪੋਜੀਸ਼ਨ। ਲੀਡਰਸ਼ਿਪ ਨੂੰ ਇਹ ਕਹਿ ਰਹੇ ਆ ਵੀ ਤੁਸੀਂ ਇਸ ਅੰਦੋਲਨ ਦਾ ਦਾਇਰਾ ਜਿਹੜਾ ਉਹਨੂੰ ਸਿਰਫ ਕਿਸਾਨੀ ਦੇ ਮੁੱਦੇ ਤੱਕ ਸੀਮਤ ਨਾ ਰੱਖੋ। ਇਹ ਸਾਡੀ ਕਲਚਰਲ ਲੜਾਈ ਬਣ ਚੁੱਕੀ ਹੈ। ਨਹੀਂ, ਉਹ ਤਾਂ ਤੁਸੀਂ ਮੁੱਦੇ ਨੂੰ ਹੋਰ ਕਿਤੇ ਲੈ ਕੇ ਜਾ ਰਹੇ ਸੀ ਨਾ ਫਿਰ। ਨਹੀਂ, ਕਿਵੇਂ? ਇੱਕ ਮਿੰਟ, ਇਹ ਗੱਲ ਦੱਸੋ। ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕਿਸਾਨ ਆਗੂਆਂ ਨੇ ਬੁਲਾਇਆ,
ਕਿਸਾਨ ਆਗੂਆਂ ਦਾ ਮੁੱਦਾ ਸੀ, ਤੁਸੀਂ ਹੁਣ ਉਹਨੂੰ ਜੇ 20 ਸਾਲ ਪੁਰਾਣੀ ਹਿਸਟਰੀ ਜਾਂ 50 ਸਾਲ ਪੁਰਾਣੀ ਹਿਸਟਰੀ ਨਾਲ ਡਾਈਵਰਟ ਕਰੋਗੇ ਤਾਂ ਹੀ ਕਿਸਾਨ ਤੁਹਾਨੂੰ ਆਪਣੀ ਸਟੇਜ ਨਹੀਂ ਸਾਂਝੀ ਕਰਨ ਦੇ ਰਹੇ ਪਰ ਉਹਨਾਂ ਨੇ ਕਹੀ ਗੱਲ ਇਹ, ਤੁਸੀਂ ਉਹਦੇ ਤੇ ਅਲੱਗ ਐਜੀਟੇਸ਼ਨ ਕਰ ਲਓ ਨਾ। ਮੇਰੀ ਗੱਲ ਸੁਣੋ, ਬਿਲਕੁਲ ਇਹਦੇ ਤੇ ਤੁਸੀਂ ਅਲੱਗ ਐਜੀਟੇਸ਼ਨ ਕਰ ਲਓ, ਤੁਸੀਂ ਮਾਰਟਿਨ ਲੂਥਰ ਦੀ ਤਰ੍ਹਾਂ ਕਰ ਲਓ। ਨਹੀਂ, ਇੱਕ ਮੈਂ ਤੁਹਾਨੂੰ ਲੇਕਿਨ ਇਹ ਨਾ ਕਰੋ ਨਾ, ਖੇਤੀਬਾੜੀ ਬਿੱਲਾਂ ਤੇ ਸੱਦੀ ਹੋਈ ਭੀੜ ਨੂੰ ਤੁਸੀਂ ਬਾਕੀ ਨੈਰੇਟਿਵ ਸੈੱਟ ਕਰਨ ਲਈ ਇਸਤੇਮਾਲ ਕਰਨ ਲੱਗ ਭਾਈ ਜੀ, ਕਿਸੇ ਨੇ ਕੋਈ ਨੈਰੇਟਿਵ ਸੈੱਟ ਨਹੀਂ ਕੀਤਾ। ਇਹ ਇਮੋਸ਼ਨਸ ਦਾ ਅੰਦੋਲਨ ਸੀ। ਨਹੀਂ, ਇੱਕ ਮਿੰਟ, ਇਮੋਸ਼ਨਸ ਦੀ ਗੱਲ ਹੀ ਤਾਂ ਕਰ ਰਹੇ ਹਾਂ, ਠੀਕ ਹੈ ਨਾ। ਇਨ ਇਮੋਸ਼ਨਸ ਨੂੰ ਹੋਰ ਕਿਤੇ ਡਾਈਵਰਟ ਕਰ ਦਿਓ। ਕਿਸੇ ਨੇ ਨਹੀਂ ਕੀਤਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪਲੀਜ਼। ਜਦੋਂ ਐਮਐਸਪੀ ਦੀ ਗੱਲ ਹੋ ਰਹੀ ਸੀ, ਪੰਜਾਬ 'ਚ ਅੰਦੋਲਨ ਸ਼ੁਰੂ ਹੋਇਆ, ਕੱਲਾ ਐਮਐਸਪੀ ਦੀ ਗੱਲ ਹੋ ਰਹੀ ਸੀ। ਹੌਲੀ ਹੌਲੀ ਸਾਡੇ ਕਿਸਾਨ ਆਗੂ ਇਵੋਲਵ ਹੋਏ, ਔਰ ਇਹ ਕਿਸਾਨ ਆਗੂ ਦੀ ਗੱਲ ਕਰ ਰਿਹਾ ਹਾਂ ਮੈਂ। ਹੌਲੀ ਹੌਲੀ ਉਹਨਾਂ ਦੀਆਂ ਸਟੇਜਾਂ ਤੋਂ ਪੰਜਾਬ ਦੀ ਜਾਂ ਸਾਡੀ ਜਾਂ ਕਲਚਰਲ ਹੋਂਦ ਦੀ ਗੱਲ ਹੋਣ ਲੱਗ ਗਈ। ਐਮਐਸਪੀ ਤੋਂ ਇਵੋਲਵ ਹੋ ਕੇ ਕਿੱਥੇ ਪਹੁੰਚੇ? ਹੋਂਦ ਦੀ ਲੜਾਈ ਤੇ। ਪਪੂਲਰ ਪਿੰਡਾਂ ਦਾ ਈਡੀਐਮ ਬਣ ਗਿਆ ਇਹ ਸਾਡੀ ਹੋਂਦ ਦੀ ਲੜਾਈ ਆ। ਤੁਸੀਂ ਵੀ ਸੁਣਿਆ ਹੋਣਾ, ਇਸ ਗੱਲ ਨੂੰ ਮੰਨਦੇ ਹੋ ਤੁਸੀਂ? ਕਿਉਂਕਿ ਕਿਸਾਨੀ ਪੰਜਾਬ 'ਚ ਜਿਹੜੀ ਹੈ ਨਾ, ਕਿਸਾਨੀ ਉਹ ਕਿਸਾਨ ਦਾ ਡੀਐਨਏ ਹੈ, ਕਿਸਾਨੀ। ਹਾਂਜੀ, ਉਹ ਇਸ ਕਰਕੇ ਕਹਿੰਦੇ ਸੀ ਵੀ ਇਹ ਹੋਂਦ ਸਾਡੀ ਕਿਸਾਨੀ ਦੀ ਲੜਾਈ ਹੈ। ਐਬਸੋਲੂਟਲੀ। ਹੋਂਦ ਦੇ ਨਾਲ ਕੀ ਜੁੜਿਆ ਹੁੰਦਾ ਤੁਹਾਡਾ? ਨਹੀਂ, ਹੋਂਦ ਨਾਲ ਤਾਂ 100 ਜੋ ਪ੍ਰੋਸਪੈਕਟਿਵ ਜੁੜੇ ਹੋਏ ਆ, ਤੁਸੀਂ ਉਹਦੇ ਨਾਲ ਜੋੜ ਦਿਓ। ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿਣਾ, ਹੋਂਦ ਦੀ ਲੜਾਈ ਦਾ ਮਤਲਬ ਕੀ ਹੁੰਦਾ? ਕਿਸਾਨੀ ਆ ਜਿਹੜਾ, ਉਹਦੇ 'ਚ ਤੁਹਾਡਾ ਇੱਕ ਪ੍ਰੋਸੈਸ ਆਫ ਐਵੋਲੂਸ਼ਨ ਦੇ ਥਰੂ ਇੱਕ ਕਲਚਰ ਪੈਦਾ ਹੋਇਆ। ਅੱਜ ਜੇ ਆਪਾਂ ਕਲਚਰਡ ਬੰਦੇ ਆ ਨਾ, ਤਾਂ ਹੀ ਆਪਾਂ ਪਸ਼ੂਆਂ ਤੋਂ ਵੱਖ ਹਾਂ। ਜੇ ਆਪਣੇ 'ਚ ਕਲਚਰ ਨਾ ਹੋਵੇ, ਵੇ ਆਫ ਲਿਵਿੰਗ ਨਾ ਹੋਵੇ, ਤਰੀਕਾ ਸਲੀਕਾ ਨਾ ਹੋਵੇ, ਨਫਾਸਤ ਨਾ ਹੋਵੇ, ਫਿਰ ਤਾਂ ਪਸ਼ੂਆਂ 'ਚ ਤੇ ਆਪਣੇ 'ਚ ਕੋਈ ਫਰਕ ਨਹੀਂ। ਸੋ ਇਹਦਾ ਮਤਲਬ ਸਾਡਾ ਕਲਚਰਲ ਥ੍ਰੈਟਨਡ ਫੀਲ ਕਰ ਰਹੇ ਹਾਂ ਅਸੀਂ। ਇਹਨਾਂ ਬਿੱਲਾਂ ਨੇ ਜੇ ਲਾਗੂ ਹੋ ਜਾਣਾ, ਔਰ ਇਹ ਅਸੀਂ ਚੀਜ਼ਾਂ ਦੇਖੀਆਂ, ਇਹ ਪਹਿਲੀ ਐਗਜ਼ਾਮਪਲ ਥੋੜੀ ਆਪਾਂ ਵੀ ਹਵਾ 'ਚ ਗੱਲ ਕਰ ਰਹੇ ਹਾਂ। ਤੁਸੀਂ ਸਿੰਘੂ ਤੋਂ ਨਿਕਲਣ ਤੋਂ ਬਾਅਦ ਹਾਂਜੀ, ਕਿੱਥੇ ਰਹੇ ਤੇ ਕਿਵੇਂ ਰਹੇ? ਨਹੀਂ, ਹੁਣ ਇਹ ਜਿਹੜੀ ਗੱਲ ਆ ਨਾ, ਸਿੰਘੂ ਤੋਂ ਨਿਕਲਣ ਤੋਂ ਬਾਅਦ ਮੈਂ ਕਿੱਥੇ ਰਿਹਾ? ਮੈਂ ਤੁਹਾਡੇ ਅੰਡਰਗਰਾਉਂਡ ਤੇ ਮੈਂ ਤੁਹਾਡੇ ਵੀਡੀਓ ਦੋਨੋਂ ਦੇਖੇ ਆ ਨਾ। ਇਹਦੇ ਜੇ ਮੈਂ ਡਿਟੇਲਸ ਸ਼ੇਅਰ ਕਰਾਂ ਤਾਂ ਮੇਰੇ ਕੇਸ ਲਈ ਚੰਗਾ ਨਹੀਂ ਹੋਊਗਾ। ਜਦੋਂ ਮੈਂ ਅੰਡਰਗਰਾਉਂਡ ਰਿਹਾ, ਮੈਂ ਬਹੁਤ ਕਠਿਨਾਈ 'ਚ ਰਿਹਾ, ਮੈਂ ਬੜਾ ਭੁਗਤਿਆ। ਸਾਰੀ ਖਲਕਤ, ਮੈਨੂੰ ਇਹ ਨਹੀਂ ਪਤਾ ਸੀ ਕਿਹਨੇ ਮੇਰੇ ਤੇ ਅਟੈਕ ਕਰ ਦੇਣਾ, ਕਿ ਕਿਹੜੀ ਸਿਚੁਏਸ਼ਨ 'ਚ ਮੈਨੂੰ ਹੈਂਡਲ ਕਰਨਾ ਪੈਣਾ। ਜਮਾਂ ਕੱਲਾ ਕਾਰ ਚਲਾ ਰਿਹਾ, ਰਾਤਾਂ ਨੂੰ ਜਾਗ ਰਿਹਾ, ਕਾਰ 'ਚ ਸੌਂ ਰਿਹਾ, ਕੋਠਿਆਂ 'ਚ ਸੌਂ ਰਿਹਾ। ਡਰ ਕਿਹਦੇ ਤੋਂ ਸੀ? ਡਰ ਪੁਲਿਸ ਤੋਂ ਫੜੇ ਜਾਣ ਤੋਂ ਜਾਂ ਹਮਲੇ ਦਾ ਕਿਸੇ ਹੋਰ ਤੋਂ? ਆਪਦੇ ਲੋਕਾਂ ਨੇ ਮੈਨੂੰ ਹਰਟ ਕਰਤਾ ਸੀ। ਮਤਲਬ ਲੋਕ ਨਾਰਾਜ਼ ਹੋਏ ਨਾ ਤੁਹਾਡੇ? ਨਹੀਂ, ਲੋਕ ਨਾਰਾਜ਼ ਕੀਤੇ ਗਏ। ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੀਤੇ ਗਏ। ਪੰਜਾਬੀ ਇੰਨਾ ਨਾ ਸਮਝੇ? ਬਿਲਕੁਲ ਨਾ ਸਮਝ ਦੀ ਗੱਲ ਨਹੀਂ ਮੈਂ ਕਰ ਰਿਹਾ। ਜੋ ਨੈਰੇਟਿਵ ਥਰੋ ਹੋਇਆ, ਟਾਰਗੇਟ ਕੀਤਾ ਗਿਆ ਮੈਨੂੰ। ਅੱਜ ਤੁਸੀਂ ਇਹ ਦੇਖੋ, ਉਹੀ ਜੋ ਲੋਕ ਜਿਨ੍ਹਾਂ ਨੇ ਮੇਰੇ ਵਿਰੁੱਧ ਉਦੋਂ ਲਿਖਿਆ, ਕਿਉਂਕਿ ਉਦੋਂ ਤੁਸੀਂ ਇਹ ਦੇਖੋ, ਇਹ ਬੜੀ ਜ਼ਰੂਰੀ ਗੱਲ ਆ ਸਾਡੇ ਸਮਝ ਨਹੀਂ। ਅੱਜ ਦਾ ਮੀਡੀਆ ਇੰਨਾ ਸਟਰੋਂਗ ਆ, ਔਰ ਮੀਡੀਆ ਟ੍ਰਾਇਲ ਚੱਲ ਗਿਆ ਮੇਰੇ ਅਗੇਂਸਟ। ਤੁਸੀਂ ਸਾਰਿਆਂ ਨੇ ਇੱਕ ਮੀਡੀਆ ਟ੍ਰਾਇਲ ਚਲਾਇਆ ਮੇਰੇ ਅਗੇਂਸਟ। ਅੱਜ ਜੋ ਮੇਰੇ ਨਾਲ ਬੈਠ ਕੇ ਗੱਲਾਂ ਕਰ ਰਹੇ ਆ, ਉਦੋਂ ਮੇਰੇ ਨਾਲ ਕਿਸੇ ਨੇ ਬੈਠ ਕੇ ਗੱਲ ਨਹੀਂ ਕੀਤੀ। ਮੇਰਾ ਪਰਸਪੈਕਟਿਵ ਕਿਸੇ ਨੂੰ ਵੀ ਗੱਲ ਹੋਈ ਹੈ ਤੁਹਾਡੇ ਨਾਲ? ਨਹੀਂ ਭਾਈ ਜੀ, ਮੇਰਾ ਕਿਸੇ ਨੇ ਪਰਸਪੈਕਟਿਵ ਨਹੀਂ ਲਿਆ। ਆਪਾਂ ਟੈਲੀਫੋਨ ਤੇ ਇਹੀ ਗੱਲ ਕੀਤੀ ਹੈ। ਹਾਂਜੀ, ਠੀਕ ਹੈ, ਔਨ 에ਅਰ ਗੱਲ ਹੋਈ ਹੈ ਸਾਡੀ। ਲੇਕਿਨ ਮੈਂ ਦੋ ਚੀਜ਼ਾਂ 'ਚ ਮੈਂ ਪਰਸਨਲੀ ਇਸ ਚੀਜ਼ ਨੂੰ ਸਹੀ ਨਹੀਂ ਮੰਨਦਾ। ਇੱਕ ਮਿੰਟ, ਦੋ ਚੀਜ਼ਾਂ ਪਰਸਨਲੀ ਸਹੀ ਮੈਂ ਵੀ ਨਹੀਂ ਮੰਨਦਾ। ਜੇ ਤੁਸੀਂ ਲੋਕਾਂ ਨੂੰ ਬਹਿਕਾਣਾ, ਹਾਂਜੀ, ਦੂਜਾ ਲੋਕਾਂ ਨੂੰ ਐਸੀ ਜਗ੍ਹਾ ਲਿਜਾਣਾ ਜਿੱਥੋਂ ਕਿ ਇੱਕ ਰੋਂਗ ਨੈਰੇਟਿਵ ਬਣਾਉਣ ਦਾ ਮੌਕਾ ਮਿਲੇ। ਨਹੀਂ, ਇਹ ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ? ਨਹੀਂ, ਤੁਸੀਂ ਕਿਵੇਂ ਡਿਸਾਈਡ ਕਰ ਸਕਦੇ ਹੋ? ਸਿੰਘੂ ਤੇ ਬੈਠੇ ਆ ਅਸੀਂ, ਜਾ ਕੇ ਸਿੰਘੂ ਤੇ ਜਦੋਂ ਜਾ ਕੇ ਬੈਠੇ ਆ, ਪਹਿਲੇ ਦਿਨ ਕਿਸਾਨ ਆਗੂ ਇਹ ਕਹਿੰਦੇ ਹੁੰਦੇ ਸੀ, ਦੀਪ ਸਿੱਧੂ ਨੇ ਸ਼ੰਭੂ ਤੋਂ ਮੋਰਚਾ ਤੋੜਿਆ ਤੇ ਇਹ ਤੁਰ ਗਏ, ਸਾਡਾ ਤਾਂ ਕੋਈ ਪਲਾਨ ਹੀ ਨਹੀਂ ਸੀ ਉੱਥੇ ਜਾਣ ਦਾ। ਇਹ ਗੱਲ ਉੱਥੇ ਕਹੀ ਗਈ ਹੈ। ਸਾਡਾ ਦਿੱਲੀ ਜਾਣ ਦਾ ਕੋਈ ਪਲਾਨ ਨਹੀਂ ਸੀ। ਜਿੱਥੇ ਸਾਨੂੰ ਰੋਕਣਾ ਸੀ ਅਸੀਂ ਉੱਥੇ ਹੀ ਬੈਠਣਾ ਸੀ। ਇਹ ਤਾਂ ਦੀਪ ਸਿੱਧੂ ਲੈ ਗਿਆ ਸ਼ੰਭੂ ਮੋਰਚਾ ਤੋੜ ਕੇ, ਸ਼ੰਭੂ ਤੇ ਜਿਹੜੀ ਬੈਰੀਕੇਡਿੰਗ ਹੋਈ। ਸੋ ਜਦੋਂ ਲੋਕਾਂ ਨੂੰ ਲਿਜਾਣਾ, ਜਦੋਂ ਅਸੀਂ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਆਬਾਦ ਤੇ ਰਾਜਸਥਾਨ ਵਾਲੇ ਬਾਰਡਰ ਤੇ ਜਾ ਕੇ ਬੈਠ ਗਏ, ਉੱਥੇ ਵੀ ਤਾਂ ਹਿੰਸਾ ਹੋ ਸਕਦੀ ਹੈ ਨਾ। ਹਿੰਸਾ ਤਾਂ ਕਿਤੇ ਵੀ ਹੋ ਸਕਦੀ ਹੈ ਨਾ, ਪਰ ਲੀਡਰਸ਼ਿਪ ਨੇ ਉੱਥੇ ਰਿਸਪੌਂਸਿਬਿਲਿਟੀ ਸੰਭਾਲੀ। ਦੇਸ਼ ਜਿਹੜੇ ਸਾਡੇ ਵੱਡੇ ਸਿਤੰਭ ਹੈ, ਹਾਂਜੀ, ਉਹਨਾਂ ਨੂੰ, ਜਿਨ੍ਹਾਂ ਨੂੰ ਆਪਣਾ ਪ੍ਰਾਊਡ ਮੰਨਦਾ ਹੈ, ਹਾਂਜੀ, ਉੱਥੇ ਜਾ ਕੇ ਆਪਾਂ ਭੀੜ ਦੇ ਨਾਲ ਇਸ ਤਰ੍ਹਾਂ ਸਭ ਕਰੀਏ, ਇਹ ਚੰਗਾ ਥੋੜਾ ਲੱਗਦਾ। ਇੱਕ ਮਿੰਟ, ਉਹੀ ਗੱਲ ਤੁਸੀਂ ਪਲੀਜ਼ ਅੰਡਰਸਟੈਂਡ ਕਰੋ। ਇੱਕ ਸਿਸਟਮ ਦੇ ਅਗੇਂਸਟ ਕਿਹੜਾ ਸਿਸਟਮ? ਪਾਲਿਸੀ ਮੇਕਿੰਗ ਦਾ ਸਿਸਟਮ, ਰੋਂਗ ਪਾਲਿਸੀ। ਗਾਂਧੀ ਜੀ ਨੇ ਇੰਨੇ ਸੰਘਰਸ਼ ਚਲਾਏ, ਉਹਨਾਂ ਦੇ ਟਾਈਮ ਵੀ ਲਾਲ ਕਿਲਾ ਇੱਥੇ ਹੀ ਸੀ। ਹਾਂਜੀ,
ਉਹ ਤਾਂ ਕਦੀ ਲਾਲ ਕਿਲੇ ਤੇ ਨਹੀਂ Protest ਚੜੇ। ਉਹਨਾਂ ਨੇ ਅੰਦੋਲਨ ਕਰਨਾ ਤਾਂ ਉਹਨਾਂ ਨੇ ਹੀ ਸਿਖਾਇਆ, ਉਹਨਾਂ ਨੇ ਸਿਖਾਇਆ ਨਾ। ਡੰਡੀ ਮਾਰਚ ਤੁਸੀਂ ਇੱਕ ਗੱਲ ਦੱਸੋ, ਸਾਲਟ ਲੇਕ ਮੂਵਮੈਂਟ ਉਹਨਾਂ ਨੇ ਚਲਾਈ, ਕਿਆ ਉਹਨਾਂ ਨੇ ਜਿਸ ਤਰ੍ਹਾਂ ਦਾ ਐਕਟ ਤੁਸੀਂ ਉਹਨਾਂ ਨੇ ਕੀਤਾ, ਚਲਾਇਆ। ਆਜ਼ਾਦੀ ਮਿਲ ਗਈ, ਆਜ਼ਾਦੀ ਤੋਂ ਵੱਡਾ ਕੰਮ ਤਾਂ ਨਹੀਂ ਤੁਸੀਂ ਕਰ ਰਹੇ ਸੀ ਨਾ, ਮੁਲਕ ਆਜ਼ਾਦ ਕਰਾਤਾ। ਬਿਲਕੁਲ। ਉਹਨਾਂ ਦੀ ਪਾਲਿਸੀ ਠੀਕ ਸੀ, ਲਾਲ ਕਿਲਾ ਉਦੋਂ ਵੀ ਸੀ, ਉਹ ਕਿਉਂ ਨਹੀਂ ਇਹ ਤੁਹਾਡੀ ਵਾਲੀ ਹਰਕਤ ਤੇ ਆ ਗਈ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹੁਣ ਇਹਦੇ 'ਚ ਫਰਕ ਦੇਖੋ, ਗਾਂਧੀ ਜੀ ਵੀ ਆਜ਼ਾਦੀ ਲਈ ਲੜ ਰਹੇ ਸੀ, ਸਰਦਾਰ ਭਗਤ ਸਿੰਘ ਵੀ ਆਜ਼ਾਦੀ ਲਈ ਲੜ ਰਹੇ ਸੀ, ਹਨਾ। ਦੋਨਾਂ ਦਾ ਪਰਸਪੈਕਟਿਵ ਹੀ ਵੱਖਰਾ ਸੀ, ਪਰ ਦੋਨਾਂ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਹੋਈ ਸੀ। ਇੱਥੇ ਅਸੀਂ ਇੱਕ ਦੂਜੇ ਨੂੰ ਸਪੇਸ ਨਹੀਂ ਦਿੰਦੇ। ਉਹਦਾ ਨਤੀਜਾ ਤੁਸੀਂ ਦੇਖਿਆ ਨਾ, ਹੁਣ ਅੰਦੋਲਨ ਕਿੱਥੇ ਖੜਾ ਹੈ? ਨਹੀਂ, ਕਿੱਥੇ ਇੱਕ ਵਾਰੀ ਪੰਜਾਬ ਸਾਰਾ ਆਪ ਹੀ ਵਾਪਸ ਆ ਗਿਆ। ਨਹੀਂ, ਕਿਉਂ? ਲੀਡਰਸ਼ਿਪ ਦੇ ਫੇਲਿਅਰ ਕਰਕੇ। ਠੀਕ ਹੈ ਨਾ, ਲੀਡਰਸ਼ਿਪ ਦੇ ਫੇਲਿਅਰ ਅੱਛਾ, ਕਰਕੇ। ਕੰਮ ਤੁਸੀਂ ਕਰਨ ਜਾਓ ਉੱਥੇ ਜੋ ਵੀ ਕਰੋ, ਔਰ ਫੇਲਿਅਰ ਲੀਡਰਸ਼ਿਪ ਦਾ ਹੋ ਗਿਆ। ਲੀਡਰਸ਼ਿਪ ਦਾ ਕੰਪਲੀਟ ਫੇਲਿਅਰ ਆ। ਤੁਸੀਂ ਦੀਪ ਸਿੱਧੂ ਕੱਲਾ ਨਹੀਂ ਗਿਆ। ਤੁਸੀਂ ਇੱਕ ਗੱਲ ਨਹੀਂ ਸਮਝ ਮੈਨੂੰ ਆ ਰਹੀ, ਇੱਕ ਗੱਲ ਸਮਝੋ, ਤੁਸੀਂ ਲੀਡਰਸ਼ਿਪ ਔਰ ਆਪਣੀ ਈਗੋ ਦੇ ਵਿੱਚ ਤੁਸੀਂ ਲੋਕਾਂ ਦਾ ਕਿਉਂ ਤਮਾਸ਼ਾ ਬਣਾ ਰਹੇ ਹੋ? ਭਾਈ ਜੀ, ਈਗੋ ਹੈ ਹੀ ਨਹੀਂ, ਮੈਂ ਸੱਚੀ ਦੱਸ ਰਿਹਾ। ਫਿਰ ਕਿਉਂ ਤਮਾਸ਼ਾ ਬਣਾ ਰਹੇ ਹੋ? ਪਰ ਮੈਂ ਜਿਹੜੀ ਗੱਲ, ਉਹ ਆਪਣੇ ਹੱਕ ਲਈ ਲੜ ਰਹੇ, ਇੱਥੇ ਲੀਡਰਸ਼ਿਪ ਦੀ ਆਪਸ 'ਚ ਕਲੇਸ਼ ਮਚਿਆ ਹੋਇਆ। ਲੀਡਰਸ਼ਿਪ ਦਾ ਕੋਈ ਕਲੇਸ਼ ਨਹੀਂ ਹੈ। ਪਲੀਜ਼ ਅੰਡਰਸਟੈਂਡ, ਜਿੱਥੇ ਸਾਡੇ ਤੋਂ ਗਲਤੀ ਹੋਈ ਹੈ ਸਾਨੂੰ ਐਕਸੈਪਟ ਕਰਨਾ ਚਾਹੀਦਾ। ਤੁਹਾਨੂੰ ਵੀ ਐਕਸੈਪਟ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ। ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ ਮੈਂ ਐਕਸੈਪਟ ਕਰੂੰਗਾ। ਇਹ ਗਲਤੀ ਹੈ ਤੁਹਾਡੀ? ਨਹੀਂ ਭਾਈ ਜੀ, ਇੱਕ ਮਿੰਟ, ਮੈਂ ਭੜਕਾਇਆ ਹੋਵੇ ਲੋਕਾਂ ਨੂੰ ਤਾਂ ਮੈਂ ਗਲਤ ਕੀਤਾ। ਮੈਂ ਹਿੰਸਾ 'ਚ ਕੋਈ ਹਿੱਸਾ ਲਿਆ ਹੋਵੇ ਮੈਂ ਗਲਤ ਕੀਤਾ। ਮੈਂ ਕੋਈ ਕਿਸੇ ਤਰ੍ਹਾਂ ਦਾ ਨਰਾਦਰ ਕੀਤਾ ਹੋਵੇ, ਉੱਥੇ ਜਾ ਕੇ ਜੇ ਅਸੀਂ ਇਹ ਕਹੀਏ ਵੀ ਅਸੀਂ ਤਿਰੰਗੇ ਦਾ ਵੀ ਨਰਾਦਰ ਕੀਤਾ, ਮੈਂ ਗਲਤ ਕੀਤਾ। ਇਹ ਹੋਇਆ ਹੀ ਨਹੀਂ। ਅਸੀਂ ਜਮਾਂ ਕਿਸੇ ਚੀਜ਼ ਦਾ ਨਰਾਦਰ ਨਹੀਂ ਕੀਤਾ। ਅਸੀਂ ਕਿਸੇ ਪੁਲਿਸ ਤੇ ਅਟੈਕ ਨਹੀਂ ਕਰਨ ਗਏ ਸੀ। ਪੁਲਿਸ ਵਾਲੇ ਤਾਂ ਸਾਡੇ ਬੰਦੇ ਆ। ਦੀਪ ਸਿੱਧੂ ਨੂੰ ਇਹ ਲੱਗਦਾ ਸੀ ਕਿ ਇੱਥੇ ਇਮੋਸ਼ਨਲ ਲੋਕ ਜੁਟੇ ਹੋਏ ਹੈ ਔਰ ਇਹਨਾਂ 'ਚ ਮੈਂ ਇੱਕ ਚੰਗਾ ਯੁਵਾ ਲੀਡਰ, ਯੂਥ ਲੀਡਰ ਬਣ ਸਕਦਾ। ਕਿਆ ਇਹ ਸੀਗਾ? ਇਹ ਫਿਰ ਤੁਸੀਂ ਪਰਸੈਪਸ਼ਨ ਗੇਮ ਖੇਡਦੇ ਹੋ। ਨਹੀਂ, ਮੈਂ ਤੁਹਾਡੇ ਤੋਂ ਪੁੱਛ ਰਿਹਾ। ਜਦੋਂ ਮੈਂ ਲਾਲ ਕਿਲੇ ਜਾ ਰਿਹਾ, ਉਦੋਂ ਪਹਿਲਾਂ ਮੈਂ ਘਰੇ ਫੋਨ ਕਰਕੇ ਇਹ ਕਹਿ ਰਿਹਾ ਦੈਟ ਲੋਕ ਪਹੁੰਚ ਗਏ ਆ ਉੱਥੇ। ਮੈਨੂੰ ਘਰਦਿਆਂ ਨੇ ਸਾਰਿਆਂ ਨੇ ਇਹ ਗੱਲ ਕਹੀ ਵੀ ਨਾ ਜਾਓ। ਲਾਲ ਕਿਲੇ ਦੇ ਬਾਹਰ ਖੜੇ ਆ, ਮੈਂ ਫੋਨ ਤੇ ਗੱਲ ਕਰ ਰਿਹਾ ਵੀ ਹੁਣੇ ਹੀ ਵਾਪਸ ਆ ਜਾਓ। ਮੈਂ ਉਹਨਾਂ ਨੂੰ ਕਿਹਾ ਆਈ ਨੋ ਸਮਥਿੰਗ ਕੈਨ ਹੈਪਨ ਹੇਅਰ ਬਟ ਇਟ ਇਜ਼ ਮਾਈ ਰਿਸਪੌਂਸਿਬਿਲਿਟੀ ਦੈਟ ਮੈਂ ਆਪਦੇ ਲੋਕਾਂ ਨੂੰ ਜੇ ਹੈਂਡਲ ਕਰ ਸਕਿਆ, ਜਿਸ ਵੀ ਲੈਵਲ ਤੱਕ ਹੈਂਡਲ ਕਰ ਸਕਿਆ, ਉਹਨਾਂ ਨੂੰ ਹੈਂਡਲ ਕਰਨਾ ਚਾਹੀਦਾ। ਔਰ ਮੈਂ ਉੱਥੇ ਇਹ ਐਕਸਪੈਕਟ ਕੀਤੀ ਸੀ ਗੱਲ ਵੀ ਸਾਡੀ ਲੀਡਰਸ਼ਿਪ ਵੀ ਪਹੁੰਚੂਗੀ। ਅਨਫੋਰਚੂਨੇਟਲੀ ਲੀਡਰਸ਼ਿਪ ਨਹੀਂ ਪਹੁੰਚੀ। ਅੱਜ ਵੀ ਮੈਂ ਉਹਨਾਂ ਨੂੰ ਲੀਡਰ ਹੀ ਮੰਨਦਾ, ਮੇਰੇ ਵੀ ਲੀਡਰ ਆ ਉਹ, ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਆ। ਪਰ ਉੱਥੇ ਲੀਡਰਸ਼ਿਪ ਫੇਲਿਅਰ ਹੋਇਆ, ਉਹ ਸਾਨੂੰ ਐਕਸੈਪਟ ਕਰ ਲੈਣਾ ਚਾਹੀਦਾ। ਹੁਣ ਦੀਪ ਸਿੱਧੂ ਦੁਬਾਰਾ ਕਦੋਂ ਅੰਦੋਲਨ 'ਚ ਜਾਏਗਾ? ਦੀਪ ਸਿੱਧੂ ਬਹੁਤ ਹੁਣ ਵੀ ਅੰਦੋਲਨ ਦਾ ਹਿੱਸਾ, ਬੜੀ ਜਲਦੀ ਅੰਦੋਲਨ 'ਚ ਜਾਊਗਾ। ਤੁਸੀਂ ਔਰ ਲੱਖਾ ਦੋਨੋਂ ਪਹਿਲੇ ਇੱਕ ਟੀਮ ਸੀਗੇ। ਹਾਂਜੀ। ਲੱਖਾ ਸਿੰਘੂ ਹੀ ਬਣਿਆ ਰਹਿੰਦਾ ਹੈ। ਹਾਂਜੀ। ਔਰ ਹੁਣ ਵੀ ਉੱਥੇ ਹੀ ਬਣਿਆ ਹੋਇਆ ਹੈ। ਹਾਂਜੀ। ਔਰ ਉਹੀ ਕਿਸਾਨ ਲੀਡਰਾਂ ਨੂੰ ਹੁਣ ਲੱਖੇ ਤੇ ਬਹੁਤਾ ਇਤਰਾਜ਼ ਵੀ ਨਹੀਂ ਰਿਹਾ। ਤੇ ਫਿਰ ਕੱਲੇ ਦੀਪ ਸਿੱਧੂ ਤੇ ਇਤਰਾਜ਼ ਕਿਉਂ ਹੈ? ਔਰ ਦੀਪ ਸਿੱਧੂ ਨੇ ਉਹ ਜਗ੍ਹਾ ਕਿਉਂ ਛੱਡੀ ਜਦ ਲੱਖੇ ਨੇ ਨਹੀਂ ਛੱਡੀ? ਤਾਂ ਦੀਪ ਸਿੱਧੂ ਨੇ ਤਾਂ ਉਦੋਂ ਉਹ ਜਗ੍ਹਾ ਛੱਡੀ 26 ਜਨਵਰੀ ਨੂੰ, ਜਦੋਂ ਸਭ ਮੇਰੇ ਪਿੱਛੇ ਪੈ ਗਏ। 8 ਟੀਮਾਂ ਬਣਾ ਦਿੱਤੀਆਂ ਗਈਆਂ ਮੇਰੇ ਤੇ ਅਟੈਕ ਕਰਨ ਲਈ। ਆਪਾਂ ਉਹਨਾਂ ਗੱਲਾਂ ਨੂੰ ਨਹੀਂ ਖਰੀਦਦੇ, ਕਿਉਂਕਿ ਫਿਰ ਉਹਦੇ 'ਚ ਇਹ ਹੋਊਗਾ ਕਿਉਂ ਟੀਮਾਂ ਬਣੀਆਂ, ਕਿਹਨੇ ਬਣਾਈਆਂ, ਕਿਹਦੀ ਇਨਸਿਕਿਉਰਿਟੀ ਸੀ, ਕਿਹਨੇ ਜੈਲਸੀ ਰੱਖੀ। ਲੈਟਸ ਨਾਟ ਗੈਟ ਇਨਟੂ ਦੈਟ। ਆਪਾਂ ਜੋ ਮੁੱਦੇ ਦੀ ਗੱਲ ਕਰਦੇ ਹਾਂ, ਦੀਪ ਸਿੱਧੂ 26 ਤਰੀਕ ਨੂੰ ਉੱਥੋਂ ਆ ਗਿਆ। 26 ਤਰੀਕ ਤੋਂ ਬਾਅਦ ਦੀਪ ਸਿੱਧੂ ਨੂੰ ਅੰਡਰਗਰਾਉਂਡ ਹੋਣਾ ਪਿਆ, ਕਿਉਂਕਿ ਦੀਪ ਸਿੱਧੂ ਤੇ ਕੇਸ ਪਾ ਦਿੱਤੇ ਗਏ। ਦੀਪ ਸਿੱਧੂ ਤੇ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਰੇਡਾਂ ਹੋਣ ਲੱਗ ਗਈਆਂ ਦੀਪ ਸਿੱਧੂ ਦੇ ਖਿਲਾਫ। ਉਸ ਤੋਂ ਬਾਅਦ ਦੀਪ ਸਿੱਧੂ ਪੁਲਿਸ ਦੀ ਹਿਰਾਸਤ 'ਚ ਹੁੰਦਾ। ਪੁਲਿਸ ਦੀ ਹਿਰਾਸਤ ਤੋਂ ਬਾਅਦ ਜੇਲ੍ਹ 'ਚ ਜਾਂਦਾ, ਪਹਿਲਾਂ ਰਿਮਾਂਡ ਤੇ ਫਿਰ ਜੇਲ੍ਹ 'ਚ ਜਾਂਦਾ। ਜੇਲ੍ਹ ਤੋਂ ਵਾਪਸ ਆਉਂਦੇ ਉਸੇ ਰਾਤ ਨੂੰ ਦੀਪ ਸਿੱਧੂ ਫਿਰ ਮੋਰਚੇ 'ਚ ਜਾ ਕੇ ਆਉਂਦਾ। ਇਹ ਤੁਹਾਨੂੰ ਕਿਸੇ ਨੂੰ ਪਤਾ? ਦੀਪ ਸਿੱਧੂ ਕੋਲੇ ਆਪਸ਼ਨ ਸੀ ਵੀ ਮੋਰਚੇ 'ਚ ਨਾ ਜਾਵੇ, ਜਿੱਦਾਂ ਜ਼ਮਾਨਤ ਹੋਈ ਆ ਦੂਜਾ ਰੂਟ ਲੈ ਲੇ। ਪਰ ਦੀਪ ਸਿੱਧੂ ਇਹ ਕਹਿੰਦਾ ਵੀ ਨਹੀਂ, ਸਾਡਾ ਮੋਰਚਾ। ਉੱਥੇ ਮੋਰਚੇ 'ਚ ਜਾ ਕੇ ਆਉਂਦਾ, ਫਿਰ ਮਾਤਾ ਨੂੰ ਮਿਲਦਾ। ਉਹ ਮਾਤਾ ਜਿਹੜੀ ਮੋਰਚੇ 'ਚ ਹਜੇ ਤੱਕ ਬੈਠੀ ਹੋਈ ਆ। ਕਿਉਂ? ਕਿਉਂਕਿ ਮੇਰੇ ਲੋਕ ਆ, ਮੈਂ ਉਹਨਾਂ ਲੋਕਾਂ ਨੂੰ ਛੱਡ ਕੇ ਕਿੱਥੇ ਜਾਊਂਗਾ? ਸਾਡਾ ਪ੍ਰੋਟੈਸਟ ਆ, ਸਾਡੀ ਐਜੀਟੇਸ਼ਨ ਆ। ਠੀਕ ਆ, ਸਾਡੇ ਤੋਂ ਕੁਝ ਗਲਤੀਆਂ ਹੋ ਗਈਆਂ ਹੋਣੀਆਂ ਪਹਿਲਾਂ, ਪਰ ਅਸੀਂ ਫੇਰ ਇਕਜੁੱਟ ਹੋ ਕੇ ਏਕੇ 'ਚ ਲੜਾਂਗੇ। ਅੱਜ ਵੀ ਮੈਂ ਕਹਿੰਦਾ ਕਿਸਾਨ ਆਗੂ ਸਾਡੇ ਲੀਡਰ ਆ। ਜੇ ਕਿਤੇ ਲੀਡਰਸ਼ਿਪ ਤੋਂ ਕੋਈ ਕਿਤੇ ਗਲਤੀ ਹੋਈ ਆ, ਉਹਨਾਂ ਨੂੰ ਵੀ ਐਕਸੈਪਟ ਕਰ ਲੈਣੀ ਚਾਹੀਦੀ ਆ। ਸਾਨੂੰ ਇੱਥੋਂ ਤੱਕ ਇੱਕ ਦੂਜੇ ਨੂੰ ਸਪੇਸ ਦੇਣੀ ਚਾਹੀਦੀ ਆ। ਤੁਹਾਡੀ ਗ੍ਰਿਫਤਾਰੀ ਵਾਕਿਆ ਹੀ ਕਰਨਾਲ ਹੀ ਹੋਈ ਸੀ ਹਾਈਵੇ ਤੇ? ਇਸ ਬਾਰੇ ਵੀ ਮੈਂ ਤੁਹਾਨੂੰ ਦੱਸਾਂ ਵੀ ਮੇਰੀ ਗ੍ਰਿਫਤਾਰੀ ਬਾਰੇ ਮੈਂ ਇੰਨਾ ਕੁ ਕਹਿ ਸਕਦਾ ਵੀ ਸਰੈਂਡਰ ਸੀ ਜਾਂ ਗ੍ਰਿਫਤਾਰੀ? ਗ੍ਰਿਫਤਾਰ ਨਹੀਂ ਹੋਇਆ, ਇੰਨੀ ਆਪਾਂ ਗੱਲ ਕਹਿ ਸਕਦੇ ਹਾਂ, ਹਨਾ। ਮੈਨੂੰ ਬਹੁਤ ਜ਼ਿਆਦਾ ਮੇਰੇ ਤੇ ਪ੍ਰੈਸ਼ਰ, 50 ਬੰਦੇ ਰੇਡਾਂ ਕਰ ਰਹੇ ਆ। ਮੇਰੇ ਘਰੇ 30 ਬੰਦੇ ਬੈਠੇ ਆ, ਕਮਾਂਡੋ ਦੀਆਂ, ਸਵਾਟ ਕਮਾਂਡੋਜ਼ ਦੇ ਨਾਲ ਰੇਡਾਂ ਹੋ ਰਹੀਆਂ। ਸੋ ਲੈਟਸ ਨਾਟ ਗੈਟ ਇਨਟੂ ਦੈਟ। ਇੱਕ ਦਿਨ ਬੰਦਾ ਡਿਸਾਈਡ ਕਰਦਾ ਇਨਫ ਇਜ਼ ਇਨਫ। ਤੁਸੀਂ ਕਿਵੇਂ ਗਏ ਪੁਲਿਸ ਕੋਲ? ਨਹੀਂ, ਫਿਰ ਇਹ ਵੀ ਕਿਉਂਕਿ ਇਹ ਚੀਜ਼ ਨਾ ਕੇਸ ਤੇ ਫਰਕ ਪਾਊਗੀ।
ਉਸ ਤੇ ਫਰਕ ਇਸ ਕਰਕੇ ਪਾਊਗੀ, ਉਹ ਸਾਰੇ ਜਿਹੜੇ ਡਿਟੇਲਸ ਹਜੇ ਟ੍ਰਾਇਲ ਦੇ ਦੌਰਾਨ ਅਸੀਂ ਬਾਹਰ ਲੈ ਕੇ ਆਵਾਂਗੇ ਤੇ ਆਪਦੀ ਇਨੋਸੈਂਸ ਪ੍ਰੂਵ ਉਹ ਤਾਂ ਚੇਂਜ ਨਹੀਂ ਹੋ ਜਾਣਗੇ ਮੈਨੂੰ ਦੱਸਣ ਤੇ, ਉਹ ਤਾਂ ਉਹੀ ਰਹਿਣਗੇ। ਨਹੀਂ, ਪਰ ਇਹਦੇ ਤੇ ਪ੍ਰੋਸੀਕਿਊਸ਼ਨ ਆਫ ਦਾ ਡਿਫੈਂਸ ਪ੍ਰੋਸੀਕਿਊਸ਼ਨ ਆਫ ਦੀ ਸਟ੍ਰੈਟਜੀ ਪਲਾਨ ਕਰ ਲੈਂਦੀ ਆ, ਫਿਰ ਪ੍ਰੋਸੀਕਿਊਸ਼ਨ ਇਹਨੂੰ ਕਨਫੈਸ਼ਨ ਸਟੇਟਮੈਂਟਸ ਵੀ ਯੂਜ਼ ਕਰਦੀ ਹੈ। ਉਹ ਤੇ ਇੰਨਾ ਪ੍ਰੋਸੀਕਿਊਸ਼ਨ ਨੂੰ ਪਤਾ ਹੀ ਹੁੰਦਾ ਹੈ ਕਿ ਅਕਿਊਜ਼ਡ ਨੇ ਕੀ ਕਰਨਾ ਹੈ ਔਰ ਉਹ ਕਿਵੇਂ ਸਰੈਂਡਰ ਹੋਇਆ ਜਾਂ ਗ੍ਰਿਫਤਾਰ ਹੋਇਆ। ਨਹੀਂ, ਦੇਖੋ ਉਹਨਾਂ ਨੇ ਇੱਕ ਆਪਦਾ ਜਿਹੜਾ ਰਿਪਲਾਈ ਫਾਈਲ ਕੀਤਾ, ਉਹ ਰਿਪਲਾਈ 'ਚ ਇੱਕ ਆਪਦੀ ਕਹਾਣੀ ਬਣਾਈ ਹੋਈ ਆ। ਮੇਰੀ ਬੇਲ ਐਪਲੀਕੇਸ਼ਨ 'ਚ ਵੀ ਉਹਨਾਂ ਦਾ ਰਿਪਲਾਈ ਫਾਈਲ ਆ, ਪਬਲਿਕ ਡਾਕੂਮੈਂਟ ਆ, ਤੁਸੀਂ ਵੀ ਕਢਾ ਸਕਦੇ ਹੋ। ਉਹਨਾਂ ਨੇ ਆਲਰੇਡੀ ਇੱਕ ਕਹਾਣੀ ਬੁਣੀ ਹੋਈ ਆ। ਅਸੀਂ ਉਸ ਕਹਾਣੀ ਨੂੰ ਹੁਣ, ਕਿਉਂਕਿ ਓਨਸ ਆਫ ਪ੍ਰੂਫ ਸਾਡੇ ਤੇ ਆ ਵੀ ਪਰ ਲੋਕਾਂ ਨੂੰ ਤਾਂ ਦੱਸ ਦਿਓ ਤੁਸੀਂ ਵੀ ਕਿਵੇਂ ਹੋਇਆ ਸੀ। ਚਲੋ ਉਹ ਤਾਂ ਕੋਰਟ 'ਚ ਤੈਅ ਹੁੰਦਾ ਰਹੇਗਾ। ਨਹੀਂ, ਮੈਂ ਉਹੀ ਗੱਲ ਤਾਂ ਕਹਿ ਰਿਹਾ, ਅੱਜ ਦੀ ਆਪਣੀ ਇਹ ਗੱਲਬਾਤ ਕੋਰਟ 'ਚ ਮੇਰੇ ਕਨਫੈਸ਼ਨ ਸਟੇਟਮੈਂਟ 'ਚ ਦਿਖਾਈ ਜਾਊਗੀ। ਠੀਕ ਹੈ, ਬੀਇੰਗ ਅ ਲਾਇਰ ਮੈਂ ਅੰਡਰਸਟੈਂਡ ਕਰਦਾ ਇਹ ਚੀਜ਼ਾਂ ਨਾ। ਜਦੋਂ ਐਵੀਡੈਂਸ ਹੋਊਗਾ, ਚਾਰजेस ਫਰੇਮ ਹੋਣਗੇ, ਉਸ ਟਾਈਮ ਇਹ ਯੂਜ਼ ਕੀਤਾ ਜਾਊਗਾ। ਤਾਂ ਆਪਾਂ ਕੇਸ ਨੂੰ ਵੀਕ ਨਾ ਕਰੀਏ, ਕਿਉਂਕਿ ਮੈਂ ਚਾਹਣਾ ਸੱਚ ਸਾਹਮਣੇ ਆਵੇ, ਅਦਾਲਤ ਤੋਂ ਇਹ ਗੱਲ ਸਾਹਮਣੇ ਆਵੇ, ਜੁਡੀਸ਼ਰੀ ਤੋਂ ਗੱਲ ਸਾਹਮਣੇ ਆਵੇ ਵੀ ਇਹਦੇ ਨਾਲ ਕੀਤਾ ਕੀ ਗਿਆ, ਇਹਨੂੰ ਕਿਵੇਂ ਟਾਰਗੇਟ ਕੀਤਾ ਗਿਆ, ਕਿਵੇਂ ਮੀਡੀਆ ਟ੍ਰਾਇਲ ਇਹਦੇ ਅਗੇਂਸਟ ਕੀਤਾ ਗਿਆ, ਕਿਵੇਂ ਪ੍ਰੋਪਾਗੈਂਡਾ ਖੜਾ ਕੀਤਾ ਗਿਆ। ਪੁਲਿਸ ਕਸਟਡੀ 'ਚ ਕਿਸ ਤਰ੍ਹਾਂ ਦਾ ਵਰਤਾਵ ਸੀ ਪੁਲਿਸ ਦਾ? ਦੇਖੋ, ਪੁਲਿਸ ਕਸਟਡੀ 'ਚ ਪਹਿਲੇ 3 ਦਿਨ ਬਹੁਤ ਔਖੇ ਸੀ। ਪਹਿਲੇ 3 ਦਿਨ, ਹਾਲਾਂਕਿ ਮੈਂ 14 ਦਿਨ ਹੀ ਇਹੋ ਜਿਹੇ ਇੱਕ ਸੈੱਲ 'ਚ ਰਿਹਾ ਜਿਹੜਾ 2.5 ਫੁੱਟ ਚੌੜਾ ਸੀ ਤੇ ਮਸਾਂ ਹੀ 6 ਫੁੱਟ ਲੰਬਾ ਸੀ ਤੇ ਚਾਰੇ ਪਾਸਿਓਂ ਬੰਦ ਸੀ। ਉਹ ਤੁਹਾਨੂੰ ਮੈਂਟਲੀ ਬ੍ਰੇਕ ਕਰਨ ਵਾਸਤੇ ਮੈਨੂੰ ਇਕੱਲੇ ਨੂੰ ਸੋਲਿਟਰੀ ਕਨਫਾਈਨਮੈਂਟ 'ਚ ਰੱਖਿਆ ਹੋਇਆ ਸੀ। ਪਹਿਲੇ 3 ਦਿਨ ਮੈਂ ਸੁੱਤਾ ਨਹੀਂ, ਮੈਨੂੰ ਸੌਣ ਨਹੀਂ ਦਿੰਦੇ ਸੀ। ਮੈਨੂੰ ਕੁਐਸਚਨ ਆਨਸਰਿੰਗ ਇੰਟਰੋਗੇਸ਼ਨ ਕੰਟੀਨਿਊਸਲੀ ਹੁੰਦੀ ਰਹਿੰਦੀ ਸੀ। ਖਾਣ ਨੂੰ ਕੁਛ ਨਹੀਂ ਦਿੱਤਾ ਗਿਆ। ਛੋਲੇ ਖਾਦੇ ਆ 2 ਮੁੱਠੀਆਂ, ਉਹ ਵੀ ਇਸ ਕਰਕੇ ਵੀ ਇਹਨੂੰ ਕੁਝ ਹੋ ਨਾ ਜਾਵੇ। ਪਾਣੀ ਦਿੰਦੇ ਸੀ, ਦੈਟਸ ਅਬਾਊਟ ਇਟ। 1.5 ਦਿਨ ਤਾਂ ਮੈਨੂੰ ਐਂ ਲੱਗਿਆ ਵੀ ਜਾਨ ਨਿਕਲ ਜੂਗੀ, ਪਰ ਉਦੋਂ ਬਾਅਦ ਬੰਦਾ ਇੱਕ ਵਾਰੀ ਉਸ ਜਿਹੜੀ ਐਕਲੈਮੇਟਾਈਜ਼ ਹੋ ਜਾਂਦਾ ਜਾਂ ਬੋਡੀ ਉਹਦੇ ਨਾਲ ਕੋਪ ਅਪ ਕਰ ਲੈਂਦੀ। ਕੁਐਸਚਨਿੰਗ ਕਿਸ ਚੀਜ਼ ਨੂੰ ਲੈ ਕੇ ਹੁੰਦੀ ਸੀ? ਜਦੋਂ ਤੋਂ ਮੈਂ ਪ੍ਰੋਟੈਸਟ 'ਚ ਇਨਵੋਲਵ ਹੋਇਆ, ਉਦੋਂ ਤੋਂ ਲੈ ਕੇ 26 ਜਨਵਰੀ ਤੱਕ ਜੋ ਹੋਇਆ, 26 ਜਨਵਰੀ ਤੋਂ ਬਾਅਦ ਮੈਂ ਬਾਅਦ 'ਚ ਕਿੱਥੇ ਰਿਹਾ, ਕੀ ਹੋਇਆ, ਇਹਦੇ ਤੇ ਸਾਰੀ ਕੁਐਸਚਨਿੰਗ ਹੁੰਦੀ ਸੀ। ਮੈਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ ਵੀ ਮੈਂ ਇਸ ਪ੍ਰੋਟੈਸਟ ਦਾ ਪਾਰਟ ਬਣਾ। ਉਸ ਦਿਨ ਜਿਹੜੀ ਹਿੰਸਾ ਹੋਈ ਆ, ਉਹਨੂੰ ਕਨਸਪੀਰੇਸੀ ਉਹ ਸਮਝ ਰਹੇ ਸੀ ਵੀ ਕਿਤੇ ਕੋਈ ਕੰਸਪਾਇਰ ਕੀਤਾ ਜਾਂ ਕਿਸੇ ਨੇ ਇਹ ਪਹਿਲਾਂ ਹੀ ਗਿਣੀ ਮਿਥੀ ਜਿਹੜੀ ਸਾਜ਼ਿਸ਼ ਸੀ। ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਘੋਖ ਪੜਤਾਲ ਕੀਤਾ। ਫਿਰ ਉਹਨਾਂ ਨੇ ਇਹ ਗੱਲਾਂ ਪੜਤਾਲੀਆਂ ਵੀ ਤੁਹਾਨੂੰ ਕਿਤੇ ਫੰਡਸ ਤਾਂ ਨਹੀਂ ਆਏ, ਤੁਸੀਂ ਕਿਸੇ ਤੋਂ ਪੈਸੇ ਤਾਂ ਨਹੀਂ ਲਏ। ਫਿਰ ਡਿਫਰੈਂਟ ਏਜੰਸੀ, ਚਾਹੇ ਉਹ IB ਹੋਵੇ, ਚਾਹੇ NIA ਹੋਵੇ, ਚਾਹੇ ਉਹ ਕ੍ਰਾਈਮ ਬ੍ਰਾਂਚ ਹੋਵੇ, ਇੰਟਰਸਟੇਟ ਕ੍ਰਾਈਮ ਬ੍ਰਾਂਚ ਹੋਵੇ, ਸਪੈਸ਼ਲ ਸੈੱਲ ਹੋਵੇ, ਇਹਨਾਂ ਸਾਰਿਆਂ ਨੇ ਇਨਵੈਸਟੀਗੇਟ ਕੀਤਾ। ਕਿਸੇ ਨੂੰ ਕੋਈ ਐਵੀਡੈਂਸ ਨਹੀਂ ਮਿਲਿਆ ਬਿਕਾਜ਼ ਮੈਂ ਕੁਝ ਗਲਤ ਨਹੀਂ ਕੀਤਾ ਸੀ। ਅਦਰਵਾਈਜ਼ ਹਜੇ ਤੱਕ ਆਪਣੀ ਬੇਲ ਹੀ ਨਹੀਂ ਹੋ ਸਕਦੀ। ਤੁਹਾਡੇ ਅਕਾਊਂਟਸ ਦੀ ਜਾਂਚ ਹੋ ਰਹੀ ਹੈ ਹੁਣ? ਮੇਰੇ ਅਕਾਊਂਟਸ ਤੋਂ ਲੈ ਕੇ, ਇਨਕਮ ਟੈਕਸ ਡਿਪਾਰਟਮੈਂਟ ਤੋਂ ਲੈ ਕੇ, ਮੇਰੇ ਬ੍ਰਦਰ, ਮੇਰੇ ਫਰੈਂਡਸ, ਮੇਰੀ ਫੈਮਿਲੀ ਦੇ ਸਾਰੇ ਅਕਾਊਂਟਸ ਚੈੱਕ ਹੋਏ, ਔਰ 1 ਸਾਲ ਦੇ ਨਹੀਂ, ਪਿਛਲੇ ਕਈ ਸਾਲਾਂ ਦੇ ਚੈੱਕ ਹੋਏ। ਕਿਤੇ ਕੋਈ ਡਿਸਕ੍ਰਿਪੈਂਸੀ ਨਹੀਂ, ਕਿਤੇ ਕੋਈ ਵਾਇਲੇਸ਼ਨ ਨਹੀਂ। ਤੁਸੀਂ ਮੇਰਾ ਪਾਸਟ ਕੰਡਕਟ ਕੱਢ ਲਓ, ਮੇਰਾ ਪਾਸਟ ਰਿਕਾਰਡ ਕੱਢ ਲਓ, ਕਿਤੇ ਤਾਂ ਕੋਈ ਹੋਵੇ ਵੀ ਬੰਦਾ ਥਿੜਕਿਆ ਹੋਵੇ। ਪਾਸਟ ਰਿਕਾਰਡ ਤੇ ਹੀ ਆ ਜਾਂਦੇ ਆ। ਹਾਂਜੀ। ਮੈਂ ਜਦੋਂ ਦੀਪ ਸਿੱਧੂ ਨੂੰ ਪਹਿਲੀ ਵਾਰੀ ਦੇਖਿਆ ਸੀ ਤੇ ਮੈਂ ਦੇਖਿਆ ਸਨੀ ਦਿਓਲ ਦੇ ਕੈਂਪੇਨ ਮੈਨੇਜਰ ਦੇ ਤੌਰ ਤੇ। ਹਾਲਾਂਕਿ ਪੰਜਾਬੀ ਫਿਲਮਾਂ 'ਚ ਐਕਟਿੰਗ ਕਰਦਾ ਸੀ, ਲੇਕਿਨ ਜਦੋਂ ਤੁਹਾਡਾ ਨਾਮ ਆਇਆ 26 ਤਰੀਕ ਦੀ ਹਿੰਸਾ 'ਚ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਔਰ ਪੋਲੀਟੀਕਲ ਲੀਡਰਾਂ ਨੇ ਤੁਹਾਡੇ ਸਨੀ ਦਿਓਲ ਦੇ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਜਿਹੜੇ ਉਹ ਪਿਕਚਰਸ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ। ਹਾਂਜੀ, ਸਨੀ ਬਾਈ ਦਾ ਡੈਫੀਨਿਟਲੀ ਉਹ ਇੱਕ ਫੈਮਿਲੀ ਸੀ, ਮੈਨੂੰ ਆਪਦਾ ਭਰਾ ਮੰਨਦੇ ਸੀ, ਸਭ ਕੁਝ ਉਹੋ ਜਿਹਾ ਰਿਲੇਸ਼ਨ ਸੀ। ਤੇ ਦੀਪ ਸਿੱਧੂ ਪੰਜਾਬ ਨੂੰ ਵੀ ਥੋੜਾ ਬਹੁਤ ਸਮਝਦਾ ਸੀ, ਇੱਥੋਂ ਦੇ ਇਮੋਸ਼ਨਸ ਨੂੰ ਸਮਝਦਾ ਸੀ। ਤਾਂ ਦੀਪ ਸਿੱਧੂ ਉੱਥੇ ਔਰ ਇੱਕ ਅਦਾਕਾਰ ਸੀ ਤਾਂ ਉੱਥੇ ਵੀ ਹਾਈਲਾਈਟ ਹੋ ਗਿਆ। ਸਨੀ ਬਾਈ ਦੀ ਸਾਰੀ ਜਿਹੜੀ ਕੈਂਪੇਨ ਆ ਉਹ ਮੇਨ ਤੌਰ ਤੇ ਸਨੀ ਬਾਈ ਤੋਂ ਇਲਾਵਾ ਮੇਰੇ ਤੇ ਵੀ ਇੱਕ ਸੈਂਟਰਲਾਈਜ਼ ਹੋ ਗਈ। ਤਾਂ ਇਸ ਕਰਕੇ ਉਸ ਕੈਂਪੇਨ ਦੇ ਵਿੱਚ ਮੇਰਾ ਚਿਹਰਾ ਉੱਭਰਿਆ, ਔਰ ਉਹ ਗੱਲ ਕੋਈ ਲੁਕੀ ਛੁਪੀ ਤਾਂ ਸੀ ਨਹੀਂ, ਪ੍ਰਗਟ ਰੂਪ ਚ ਸਾਰਿਆਂ ਦੇ ਸਾਹਮਣੇ ਮੇਰੀ ਜਿਹੜੇ ਰਿਲੇਸ਼ਨਸ਼ਿਪ ਸੀ ਸਨੀ ਬਾਈ ਨਾਲ, ਉਹ ਵੀ ਸਾਰਿਆਂ ਦੇ ਸਾਹਮਣੇ ਸੀ। ਉਹ ਸਿਰਫ ਉਸ ਇਲੈਕਸ਼ਨ ਦਾ ਨਹੀਂ ਸੀ, ਉਦੋਂ ਪਿੱਛੇ ਵੀ ਦੇਖ ਲਓ ਤੁਸੀਂ। ਪਰ ਸਨੀ ਦਿਓਲ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਤੁਹਾਡੇ ਤੋਂ, ਜਿੱਦਾਂ ਹੀ ਉਹਨਾਂ ਦਾ ਫੋਟੋ ਜਿਹੜਾ ਹੈ ਉਹ ਟਵਿੱਟਰ ਜਾਂ ਸੋਸ਼ਲ ਮੀਡੀਆ ਤੇ ਚੱਲਿਆ। ਬਿਲਕੁਲ। ਸੋ ਅਗਰ ਤੁਹਾਡੀ ਇੰਨੀ ਜ਼ਿਆਦਾ ਸਾਂਝ ਸੀ ਤੇ ਸਨੀ ਦਿਓਲ ਤੁਹਾਡੇ ਨਾਲ ਕਿਉਂ ਨਹੀਂ ਖੜੇ ਰਹੇ? ਮੈਂ ਤੁਹਾਨੂੰ ਦੱਸਦਾ, ਜਾਂ ਉਹਨਾਂ ਨੂੰ ਤੁਹਾਡੇ ਤੇ ਟਰਸਟ ਸੀ ਤਾਂ ਉਹਨਾਂ ਨੇ ਤੁਹਾਡੇ ਤੋਂ ਕਿਉਂ ਆਪਣਾ ਬਖਰੇਵਾ ਕੀਤਾ? 2 ਗੱਲਾਂ। ਇੱਕ ਤਾਂ ਜਦੋਂ ਆਈਡੀਓਲੋਜੀਕਲੀ ਆਪਾਂ ਡਿਫਰ ਕਰਦੇ ਆ ਨਾ, ਬੜੇ ਘੱਟ ਬੰਦੇ ਹੁੰਦੇ ਆ ਜਿਹੜੇ ਪਰਸਨਲ ਰਿਲੇਸ਼ਨਸ਼ਿਪ 'ਚ ਇਹ ਗੱਲ ਲੈ ਕੇ ਨਹੀਂ ਜਾਂਦੇ ਵੀ ਠੀਕ ਆ ਅਸੀਂ ਪੋਲੀਟੀਕਲ, ਸਾਡਾ ਆਈਡੀਆਜ਼ ਡਿਫਰੈਂਟ ਹੋ ਸਕਦੇ ਆ, ਸਾਡੀ ਆਈਡੀਓਲੋਜੀ ਡਿਫਰੈਂਟ ਹੋ ਸਕਦੀ ਆ, ਪਰ ਪਰਸਨਲ ਰਿਲੇਸ਼ਨ ਤਾਂ ਆਪਣਾ ਉਵੇਂ ਹੀ ਰਹੂਗਾ। ਪਰਸਨਲ ਰਿਲੇਸ਼ਨ ਇੱਥੇ ਇਫੈਕਟ ਹੋ ਗਿਆ ਕਿਉਂਕਿ ਉਹਨਾਂ ਤੇ ਡੈਫੀਨਿਟਲੀ ਪਾਰਟੀ ਦਾ ਵੀ ਪ੍ਰੈਸ਼ਰ ਹੋਣਾ,
ਦੀਪ ਸਿੱਧੂ ਅੱਜ ਕਿਸਾਨ ਐਜੀਟੇਸ਼ਨ 'ਚ ਆ। ਦੀਪ ਸਿੱਧੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ। ਦੀਪ ਸਿੱਧੂ ਨੇ ਕਈ ਵਾਰੀ ਖਾਲਿਸਤਾਨ ਦੇ ਨੈਰੇਟਿਵ ਨੂੰ ਵੀ ਕਾਊਂਟਰ ਕੀਤਾ ਵੀ ਜਿਸ ਤਰ੍ਹਾਂ ਦਾ ਨੈਰੇਟਿਵ ਥਰੋ ਕੀਤਾ ਜਾਂਦਾ ਆਪਾਂ ਉਸ ਨੈਰੇਟਿਵ 'ਚ ਨਾ ਪਈਏ, ਆਪਾਂ ਇਹਨੂੰ ਗੱਲ ਨੂੰ ਸਮਝੀਏ। ਗੱਲ ਹੈ ਕਿ ਕਿਉਂ ਪੰਜਾਬ 'ਚ ਵਾਰ-ਵਾਰ ਗੱਲ ਉੱਠਦੀ ਰਹਿੰਦੀ ਹੈ ਇਹ, ਹਨਾ? ਉਹ ਕਿਸੇ ਨੇ ਸਹੀ ਢੰਗ ਨਾਲ ਸੰਨੀ ਦਿਓਲ ਦੀ ਗੱਲ ਕਰ ਰਹੇ ਸੀ ਅਸੀਂ ਵੀ, ਉਹਨਾਂ ਨੇ ਕਿਉਂ ਅਲੱਗ ਕੀਤਾ? ਹਾਂ, ਮੈਂ ਆਉਣਾ। ਜਦੋਂ ਦੀਪ ਸਿੱਧੂ ਇਹ ਸਾਰੀਆਂ ਗੱਲਾਂ ਕਰਦਾ ਤਾਂ ਕੋਈ ਵੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਉਹਦੇ ਤੋਂ ਡਰਨ ਲੱਗ ਜਾਂਦੀ ਹੈ ਵੀ ਯਾਰ ਪਤਾ ਨਹੀਂ ਇਹਦੇ ਮਨ 'ਚ ਕੀ ਆ, ਪਤਾ ਨਹੀਂ ਇਹ ਕੋਈ ਮੈਨੂੰ ਖਾਲਿਸਤਾਨੀ ਕਹੀ ਜਾਂਦਾ, ਕੋਈ ਮੈਨੂੰ RSS ਦਾ ਕਹੀ ਜਾਂਦਾ, ਕੋਈ ਮੈਨੂੰ ਇਹ ਕਹੀ ਜਾਂਦਾ ਵੀ ਇਹਨੇ ਤਾਂ ਅਕਾਲੀ ਦਲ ਜੁਆਇਨ ਕਰਨਾ। ਤੁਸੀਂ ਦੇਖੋ, ਕੋਈ ਇਹ ਕਹਿ ਰਿਹਾ। ਤੁਹਾਡੀ ਇੱਛਾ ਹੈ ਵੀ ਮੈਂ ਇਲੈਕਸ਼ਨ ਲੜਾਂ? ਨਹੀਂ, ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਮੈਂ ਪਹਿਲਾਂ ਵੀ ਕਿਹਾ ਸੀ ਮੈਂ ਇਲੈਕਸ਼ਨ ਨਹੀਂ ਲੜਨੇ, ਪਰ ਜਦੋਂ ਲੋਕਾਂ ਦੇ ਇਮੋਸ਼ਨਸ ਨੂੰ ਰਿਪਰੈਜ਼ੈਂਟ ਵੀ ਕਰਨਾ ਨਾ, ਕਿਤੇ ਨਾ ਕਿਤੇ ਤੁਹਾਨੂੰ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ 'ਚ ਥੋੜੀ ਰਿਪਰੈਜ਼ੈਂਟੇਸ਼ਨ ਕਿਸੇ ਵੀ ਵੇ 'ਚ ਹੋਣੀ ਚਾਹੀਦੀ ਹੈ। ਦੀਪ ਸਿੱਧੂ ਇਲੈਕਸ਼ਨ ਲੜਨਾ ਚਾਹੁੰਦਾ ਹੈ? ਨਹੀਂ, ਦੀਪ ਸਿੱਧੂ ਇਲੈਕਸ਼ਨ ਨਹੀਂ ਲੜ ਰਿਹਾ ਹਜੇ, ਉਹਦੀ ਕੋਈ ਇੱਛਾ ਨਹੀਂ ਹੈ। ਦੀਪ ਚਾਹੁੰਦਾ ਹੈ, ਮੈਂ ਕਿਹਾ ਨਹੀਂ, ਹਜੇ ਕੋਈ ਚਾਹੁੰਦਾ ਨਹੀਂ ਹੈ ਦੀਪ ਸਿੱਧੂ। ਪਰ ਇਹ ਮੈਂ ਅੱਜ ਰੂਲ ਆਊਟ ਨਹੀਂ ਕਰ ਰਿਹਾ ਵੀ ਹੋ ਸਕਦਾ 5 ਸਾਲ ਬਾਅਦ 10 ਸਾਲ ਬਾਅਦ ਮੈਂ ਇਹ ਗੱਲ ਸੋਚਾਂ ਵੀ ਇਲੈਕਸ਼ਨ ਲੜਨੀ ਚਾਹੀਦੀ ਆ। ਅੱਜ ਦੀਪ ਸਿੱਧੂ ਨਾ ਚਾਹ ਰਿਹਾ, ਨਾ ਇਲੈਕਸ਼ਨ ਦੀਪ ਸਿੱਧੂ ਲੜੂਗਾ। 2022 ਆਪਣੇ ਸਾਹਮਣੇ ਪਈ ਆ। ਤੇ ਸੰਨੀ ਦਿਓਲ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਇਹਨਾਂ ਵਿਚਾਰਾਂ ਨਾਲ? ਨਹੀਂ, ਉਹ ਸਹਿਮਤ ਨਹੀਂ ਹੈ, ਜਮਾ ਸਹਿਮਤ ਨਹੀਂ ਆ, ਹਨਾ? ਔਰ ਲੇਕਿਨ ਉਹਨਾਂ ਦੇ ਨਾਲ ਤੁਹਾਡਾ ਹੋਣਾ ਔਰ ਫਿਰ ਤੁਹਾਡਾ ਪ੍ਰਾਈਮ ਮਿਨਿਸਟਰ ਨਾਲ ਮਿਲਣਾ, ਚਾਹੇ ਇਤਫਾਕ ਨਾਲ ਪ੍ਰਾਈਮ ਮਿਨਿਸਟਰ ਨਾਲ ਤਾਂ ਬਹੁਤ ਸਾਰੇ ਲੋਕ ਮਿਲਦੇ ਹੋਣੇ, ਬਹੁਤ ਲੀਡਰ ਮਿਲਦੇ। ਹਾਂਜੀ ਹਾਂਜੀ, ਉਹਨੇ ਇਹ ਨੈਰੇਟਿਵ ਸੈੱਟ ਕਰਤਾ ਜੋ ਕਿਸਾਨ ਲੀਡਰਾਂ ਨੇ ਕਿਹਾ ਕਿ ਇਹ ਤਾਂ ਪਹਿਲੇ ਤੋਂ ਹੀ ਬੀਜੇਪੀ ਵਾਲਿਆਂ ਦੇ ਨਾਲ ਰਹਿੰਦਾ ਸੀ। ਇਹ ਸਾਡੀ ਬਦਕਿਸਮਤੀ ਹੈ। ਅਸੀਂ ਇੱਕ ਦੂਜੇ ਨੂੰ ਸਪੇਸ ਹੀ ਦੇਣੋਂ ਹਟ ਗਏ। ਅਸੀਂ ਇੱਕ ਪਰਸੈਪਸ਼ਨ ਬਿਲਡਿੰਗ ਜਿਹੜੀ ਕੀਤੀ ਜਾਂਦੀ ਆ ਉਹਦੇ 'ਚ ਵਿਸ਼ਵਾਸ ਕਰਦੇ ਹਾਂ, ਫੈਕਟਸ ਤੇ ਅਸੀਂ ਵਿਸ਼ਵਾਸ ਹੀ ਕਰਨੋਂ ਹਟ ਗਏ। ਇੱਥੇ ਕੰਮ ਕਰਨਾ ਬਹੁਤ ਔਖਾ ਹੋ ਗਿਆ, ਪੰਜਾਬ 'ਚ ਵੀ ਕੰਮ ਕਰਨਾ, ਲੋਕਾਂ ਲਈ ਵੀ ਕੰਮ ਕਰਨਾ ਔਖਾ ਹੋ ਗਿਆ। ਕਿਉਂ? ਇੱਕ ਸਪੇਸ ਹੀ ਨਹੀਂ ਦਿੰਦੇ। ਅਸੀਂ ਕਿਸੇ ਨਾਲ ਫੋਟੋ ਵੀ ਆ ਜੇ ਅਸੀਂ ਉਦੋਂ ਹੀ ਜੱਜਮੈਂਟ ਦੇ ਦਿੰਦੇ ਹਾਂ ਤਾਂ ਫਲਾਨਿਆਂ ਦਾ ਬੰਦਾ। ਮੇਰੀਆਂ ਫੋਟੋਆਂ ਸੁਖਬੀਰ ਬਾਦਲ ਜੀ ਨਾਲ ਵੀ ਹੋ ਸਕਦੀਆਂ, ਮੇਰੀਆਂ ਫੋਟੋਆਂ ਕੈਪਟਨ ਸਾਹਿਬ ਨਾਲ ਵੀ ਹੋ ਸਕਦੀਆਂ, ਮੇਰੀਆਂ ਫੋਟੋਆਂ ਸਾਡੇ ਹੋਰ ਜਿਹੜੀ ਲੀਡਰਸ਼ਿਪ ਆ ਉਹਨਾਂ ਨਾਲ ਵੀ ਹੋ ਸਕਦੀਆਂ, ਕਿਉਂਕਿ ਤੁਸੀਂ ਇਹੀ ਬੰਦੇ ਆ ਜਿਨ੍ਹਾਂ ਨਾਲ ਜਾ ਕੇ ਗੱਲ ਕਰੋਗੇ, ਲੋਕਾਂ ਦੇ ਇਮੋਸ਼ਨਸ ਨੂੰ ਰਿਪਰੈਜ਼ੈਂਟ ਕਰੋਗੇ ਤਾਂ ਇਹਨਾਂ ਬੰਦਿਆਂ ਕੋਲੇ ਰੱਖੋਗੇ। ਅੱਜ ਤਾਂ ਇਹੀ ਬੰਦੇ ਬੈਠੇ ਆ ਨਾ। ਜਦੋਂ ਤੁਸੀਂ ਇਹਨਾਂ ਬੰਦਿਆਂ ਦੇ ਕੋਲੇ ਜਾ ਕੇ ਫੋਟੋਆਂ, ਕੱਲ ਨੂੰ 4 ਪੁਲਿਸ ਵਾਲੇ ਵੀ ਫੋਟੋਆਂ ਜ਼ਮਾਨਤ ਮਿਲਣ ਤੋਂ ਬਾਅਦ ਦਿਓਲ ਪਰਿਵਾਰ ਦੀ ਤਰਫ ਤੋਂ ਕੋਈ ਗੱਲਬਾਤ ਨਹੀਂ? ਕੋਈ ਗੱਲਬਾਤ ਨਹੀਂ ਹਜੇ ਤੱਕ ਕੋਈ ਗੱਲਬਾਤ ਨਹੀਂ। ਪੂਰੀ ਜੇਲ੍ਹ ਦੇ ਦੌਰਾਨ ਕੋਈ ਗੱਲਬਾਤ ਨਹੀਂ ਹਜੇ। ਕੰਪਲੀਟਲੀ ਜਿਵੇਂ ਐਜੀਟੇਸ਼ਨ 'ਚ ਆਪਾਂ ਪ੍ਰੋਟੈਸਟ 'ਚ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸੀ। ਦਿਓਲ ਪਰਿਵਾਰ ਨਾਲ ਦੀਪ ਸਿੱਧੂ ਦਾ ਕਨੈਕਸ਼ਨ ਕੀ ਹੈ? ਦੇਖੋ, ਦਿਓਲ ਪਰਿਵਾਰ ਨਾਲ ਮੈਂ ਜਦੋਂ ਤੋਂ ਬੰਬੇ ਗਿਆ ਜਾਂ ਮੁੰਬਈ ਗਿਆ ਉਦੋਂ ਤੋਂ ਜੁੜਿਆ ਹੋਇਆ। ਦਿਓਲ ਪਰਿਵਾਰ ਨਾਲ ਮੇਰਾ ਕਨੈਕਸ਼ਨ ਇਹ ਆ ਵੀ ਉਹ ਇੱਕ ਪਰਿਵਾਰ ਤੋਂ ਵੀ ਜ਼ਿਆਦਾ ਜਿਹੜੀ ਇੱਕ ਪਰਿਵਾਰਕ ਸਾਂਝ ਹੁੰਦੀ ਹੈ ਨਾ, ਉਹ ਸਾਂਝ ਪੈ ਗਈ ਸੀ। ਜਦੋਂ ਕਿ ਧਰਮ ਜੀ, ਜਿਨ੍ਹਾਂ ਨੂੰ ਮੈਂ ਇਹ ਮੰਨਦਾ ਵੀ ਮੇਰੇ ਵਨ ਆਫ ਦਾ ਆਈਡੀਅਲ, ਕਿਉਂਕਿ ਉਹਨਾਂ 'ਚ ਜਿੰਨੀ ਅਦਬ ਆ, ਜਿੰਨਾ ਉਹਨਾਂ 'ਚ ਤਰੀਕਾ ਸਲੀਕਾ, ਉਹ ਬੜਾ ਬਾਕਮਾਲ ਆ। ਜੋ ਪਿਆਰ ਦਿੰਦੇ ਆ ਬਹੁਤ ਬਾਕਮਾਲ ਆ। ਉਹਨਾਂ ਨੇ ਮੈਨੂੰ ਬੜਾ ਕੁਝ ਸਿਖਾਇਆ। ਉਹ ਮੈਨੂੰ ਬੇਟੇ ਦੀ ਤਰ੍ਹਾਂ ਪਿਆਰ ਦਿੰਦੇ ਸੀ। ਸਨੀ ਬਾਈ, ਆਪਣਾ ਬੌਬੀ, ਉਹ ਵੀ ਭਰਾ ਦੀ ਤਰ੍ਹਾਂ ਟਰੀਟ ਕਰਦੇ ਸੀ। ਇੰਨੀ ਸਾਂਝ, ਪੂਰਾ ਟਾਈਮ ਉੱਥੇ ਹੀ ਹੋਣਾ, ਵਰਕਆਊਟ ਇਕੱਠੇ ਕਰਨਾ, ਅਸੀਂ ਉੱਠਣਾ ਬੈਠਣਾ ਸਾਰਾ ਇਕੱਠਾ। ਸੋ ਇੱਕ ਪਰਿਵਾਰਕ ਮੈਂਬਰ, ਉਹ ਪਰਿਵਾਰਕ ਮੈਂਬਰ। ਪਰ ਜਦੋਂ ਪੰਜਾਬ ਦੇ ਨਾਲ ਆਪਦੀ ਵਫਾਦਾਰੀ, ਆਪਦੀ ਮਿੱਟੀ ਨਾਲ, ਆਪਦੇ ਲੋਕਾਂ ਨਾਲ ਵਫਾਦਾਰੀ ਨਿਭਾਉਣ ਆਇਆ, ਉਹਦੀ ਆਈਡੀਓਲੋਜੀ ਵੱਖਰੀ ਹੋ ਸਕਦੀ ਆ। ਸਮੇਂ-ਸਮੇਂ ਤੇ ਅਸੀਂ ਗਰੋ ਕਰਦੇ ਹਾਂ ਐਜ਼ ਅ ਹਿਊਮਨ ਬੀਇੰਗ। ਅਸੀਂ ਉਹ ਕਿਸੇ ਡਿਫਰੈਂਟ ਨੈਰੇਟਿਵ ਨੂੰ ਇਹ ਸੋਚ ਸਕਦੇ ਹਾਂ ਵੀ ਦਿਸ ਇਜ਼ ਅ ਰਾਈਟ ਨੈਰੇਟਿਵ, ਪ੍ਰੋਬਬਲੀ ਦਿਸ ਇਜ਼ ਅ ਡਿਫਰੈਂਟ ਪਰਸਪੈਕਟਿਵ ਵਿਚ ਆਈ ਫੀਲ ਇਜ਼ ਰਾਈਟ। ਸੋ ਉਹਦੇ ਨਾਲ ਪਰਸਨਲ ਰਿਸ਼ਤੇ ਖਤਮ ਨਹੀਂ ਹੋਣੇ ਚਾਹੀਦੇ, ਪਰ ਅਨਫੋਰਚੂਨੇਟਲੀ ਕਈ ਹੋ ਵੀ ਜਾਂਦੇ ਆ। ਧਰਮ ਜੀ ਤੋਂ ਜਾ ਕੇ ਮਾਫੀ ਮੰਗੋਗੇ ਵੀ ਜੋ ਹੋਇਆ ਛੱਡੋ, ਹੁਣ ਮੇਰਾ ਪੁਰਾਣਾ ਤੁਹਾਡਾ ਬੱਚਾ ਤੁਹਾਡੇ ਨਾਲ ਖੜਾ ਹੈ? ਪਰਸਨਲੀ ਉਹਨਾਂ ਦੇ ਨਾਲ ਹਮੇਸ਼ਾ ਹੀ ਖੜਾ। ਆਈਡੀਓਲੋਜੀਕਲੀ ਸਾਡੇ ਡਿਫਰੈਂਸਸ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਹਨਾ? ਪਰਸਨਲੀ ਤਾਂ ਮੈਂ ਉਹਨਾਂ ਦਾ ਬੇਟਾ, ਪਰਸਨਲੀ ਉਹ ਮੇਰੇ ਲਈ ਸਤਿਕਾਰਯੋਗ ਆ ਔਰ ਹਮੇਸ਼ਾ ਹੀ ਸਤਿਕਾਰਯੋਗ ਰਹਿਣਗੇ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਪਰ ਜਦੋਂ ਇਸ ਆਈਡੀਓਲੋਜੀ ਦੀ ਗੱਲ ਆ ਜਾਂਦੀ ਹੈ, ਪੰਜਾਬ ਦੀ ਗੱਲ ਆ ਜਾਂਦੀ ਹੈ, ਫਿਰ ਤਾਂ ਪੰਜਾਬ ਦੇ ਨਾਲ ਹੀ ਨਿਭਣਾ ਪਊਗਾ। ਦੀਪ ਸਿੱਧੂ ਹੁਣ ਕੀ ਕਰੇਗਾ? ਅੰਦੋਲਨ ਜਾਂ ਐਕਟਿੰਗ? ਦੋਨੇ। ਕਿਉਂਕਿ ਇੱਕ ਅਦਾਕਾਰ ਸੀ, ਉਹ ਸਪੋਰਟ ਬੇਸ ਨੇ ਮੈਨੂੰ ਇੱਥੇ ਵੀ ਸਪੋਰਟ ਕੀਤਾ ਜਦੋਂ ਮੈਂ ਐਜੀਟੇਸ਼ਨ 'ਚ ਆਇਆ ਜਾਂ ਲੋਕਾਂ ਲਈ ਆਵਾਜ਼ ਬੁਲੰਦ ਕੀਤੀ। ਸੋ ਉਹ ਤਾਂ ਮੇਰਾ ਕਿੱਤਾ, ਉਹ ਮੇਰਾ ਤੁਸੀਂ ਇਹ ਕਹਿ ਲਓ ਵੀ ਇੱਕ ਜਿਸ ਤਰ੍ਹਾਂ ਆਪਾਂ ਕੰਮ ਕਰਦੇ ਹਾਂ, ਹਨਾ, ਤਾਂ ਵਰਕ ਇਜ਼ ਵਰਕਸ਼ਿਪ, ਤਾਂ ਉਹ ਮੇਰਾ ਉਹ ਕਿੱਤਾ, ਤਾਂ ਉਹ ਵੀ ਕਰਾਂਗੇ
ਤੇ ਨਾਲ ਨਾਲ ਆਪਾਂ ਸੋਸ਼ਲ ਇੱਕ ਸਿਵਲ ਸੁਸਾਇਟੀ ਦਾ ਪਾਰਟ ਬਣ ਕੇ, ਕਿਉਂਕਿ ਨਹੀਂ ਤਾਂ ਸਿਵਲ ਸੁਸਾਇਟੀ ਖਤਮ ਹੋ ਗਈ। ਇਸ ਜਿਹੜਾ ਸਾਰੇ ਮੇਰਾ ਸਵਾਲ ਸਿਰਫ ਅੰਦੋਲਨ ਨਾਲ ਸੀ ਵੀ ਅੰਦੋਲਨ ਚ ਉਨੀ ਸਕਰੀਅਤਾ ਹੁਣ ਵੀ ਨਜ਼ਰ ਆਊਗੀ ਜਾਂ ਨਹੀਂ? ਬਿਲਕੁਲ ਨਜ਼ਰ ਆਊਗੀ ਤੁਹਾਨੂੰ, ਕਿਉਂ ਨਹੀਂ ਨਜ਼ਰ ਆਊਗੀ। ਜੇ ਤੁਸੀਂ ਅੰਡਰਗਰਾਉਂਡ ਸੀ, ਤੁਹਾਡੇ ਵੀਡੀਓ ਕੌਣ ਪੋਸਟ ਕਰਦਾ ਸੀ? ਜਦੋਂ ਮੈਂ ਅੰਡਰਗਰਾਉਂਡ ਸੀ ਤਾਂ ਮੇਰੀ ਫੈਮਿਲੀ ਜਿਹੜੇ ਯੂਐਸ ਬੈਠੇ ਆ ਹਨਾ, ਉਹ ਪੋਸਟ ਕਰਦੇ ਸੀ। ਮੈਂ ਇੱਥੋਂ ਉਹਨਾਂ ਨੂੰ ਬਣਾ ਕੇ ਕਿਸੇ ਵੀ ਢੰਗ 'ਚ ਭੇਜ ਦਿੰਦਾ ਸੀ, ਕਿਉਂਕਿ ਆਪ ਤਾਂ ਚਲਾ ਨਹੀਂ ਸਕਦਾ ਸੀ, ਮੈਂ ਲੋਕੇਟ ਹੋ ਜਾਣਾ ਸੀ, ਤਾਂ ਉੱਥੇ ਬੈਠ ਕੇ ਉਹ ਫਿਰ ਉੱਥੋਂ ਪੋਸਟ ਕਰਦੇ ਸੀ। ਜੇਲ੍ਹ ਚਰਸਾ ਕਿਵੇਂ ਗੁਜ਼ਰਿਆ? ਜੇਲ੍ਹ ਦਾ ਪਹਿਲਾਂ ਉੱਥੇ ਜਿਹੜੇ 4-5 ਦਿਨ ਸੀ ਉਹ ਮੈਨੂੰ ਬੰਦ ਹੀ ਰੱਖਦੇ ਸੀ। ਮੈਂ ਹਾਈ ਸਿਕਿਉਰਿਟੀ 'ਚ ਸੀ, ਖੋਲ੍ਹਦੇ ਨਹੀਂ ਸੀ ਉੱਥੇ, ਤੇ ਕੋਈ ਹਿਊਮਨ ਇੰਟਰੈਕਸ਼ਨ ਨਹੀਂ ਸੀ। ਫਿਰ ਉਸ ਤੋਂ ਬਾਅਦ ਫਿਰ ਮੈਨੂੰ ਖੋਲ੍ਹਤਾ। ਉਸ ਤੋਂ ਬਾਅਦ ਫਿਰ ਬਾਬਾ ਸੁਖਦੇਵ ਸਿੰਘ ਵੀ ਉੱਥੇ ਸੀ, ਉਹ ਤਾਂ ਪਹਿਲਾਂ ਤੋਂ ਹੀ ਬਾਹਰ ਸੀ। ਫਿਰ ਉਹ ਵੀ ਮਿਲ ਗਏ, ਕਿਸਾਨ ਅੰਦੋਲਨ ਦੇ ਹੀ ਸਾਡੇ ਕਰਨਾਲ ਤੋਂ ਆ ਉਹ ਹਨਾ। ਫਿਰ ਹੋਰ ਵੀ ਆਪਣੇ ਉੱਥੇ ਜਦੋਂ ਇੱਕ ਭੱਟਾਚਾਰਿਆ ਜੀ ਮਿਲੇ, ਉਹ ਪਰਲ ਗਰੁੱਪ ਦੇ ਡਾਇਰੈਕਟਰ ਸੀ, ਉਹਨਾਂ ਨੇ ਵੀ ਖਾਣ ਪੀਣ ਦੀ ਹੈਲਪ ਕੀਤੀ, ਕਿਉਂਕਿ ਇਹਨਾਂ ਸਾਰਿਆਂ ਨੇ ਨਾ ਉਹਦਾ ਇੱਕ ਕੰਫਰਟ ਜ਼ੋਨ ਜਾਂ ਉੱਥੇ ਕ੍ਰੀਏਟ ਕੀਤਾ ਹੋਇਆ। ਅਦਰਵਾਈਜ਼ ਉਹ ਸੁੱਕੀਆਂ ਰੋਟੀਆਂ ਖਾਣੀਆਂ ਬਹੁਤ ਔਖੀਆਂ, ਉਹ ਵੀ ਖਾਧੀਆਂ, ਖੈਰ ਦਾਲ ਬੜੀ ਪਤਲੀ ਹੁੰਦੀ ਆ। ਸੋ that's about it। ਕੀ ਕਰੀਏ ਹੁਣ, one has to accept whatever conditions you are in। ਜੇਲ੍ਹ 'ਚ ਜਾ ਕੇ ਇੱਕ ਵਾਰੀ ਇਹ ਮਨ 'ਚ ਸੋਚਦਾ ਤੇ ਹੋਣਾ ਦੀਪ ਸਿੱਧੂ ਕਿ ਯਾਰ ਐਕਟਿੰਗ, ਪਰਦਾ, ਅੰਦੋਲਨ ਤੇ ਜੇਲ੍ਹ ਦੀ ਇਹ ਰੋਟੀ, ਹਾਂਜੀ, ਤੇ ਉਦੋਂ ਅਹਿਸਾਸ ਹੁੰਦਾ ਹੈ ਕਿ ਆਪਾਂ ਕੀ ਗਲਤ ਕੀਤਾ, ਕੀ ਠੀਕ ਕੀਤਾ? ਇਹ ਦੇਖੋ, ਗਲਤ ਤੇ ਠੀਕ ਦਾ ਅਹਿਸਾਸ ਤਾਂ ਬਿਲਕੁਲ ਹੁੰਦਾ, ਮੈਂ ਤੁਹਾਨੂੰ ਸੱਚੀ ਦੱਸਾਂ। ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਰਿਹਾ, ਔਰ ਇਹਦੇ 'ਚ ਕੋਈ ਈਗੋ ਵਾਲੀ ਗੱਲ ਨਹੀਂ ਮੈਂ ਕਰ ਰਿਹਾ। ਜੇ ਮੈਂ ਗਲਤ ਹੋਵਾਂ ਮੈਨੂੰ ਨੀਵੇਂ ਠਾਂ ਪਾ ਲਿਓ। ਦੀਪ ਸਿੱਧੂ ਨੇ ਕਦੇ ਲੋਕ ਨਹੀਂ ਭੜਕਾਏ। ਇੱਕ ਨੈਰੇਟਿਵ ਡਿਫਰੈਂਟ ਹੋ ਸਕਦਾ ਦੀਪ ਸਿੱਧੂ ਦਾ, ਲੋਕ ਕਦੇ ਨਹੀਂ ਭੜਕਾਏ। ਦੀਪ ਸਿੱਧੂ ਕਦੇ ਵੀ ਰੋਂਗ ਇੰਟੈਂਸ਼ਨਸ ਨਾਲ ਨਹੀਂ ਚੱਲਿਆ, ਕਦੇ ਝੂਠ ਦਾ ਸਹਾਰਾ ਨਹੀਂ ਲਿਆ, ਤੇ ਉਦਾਂ ਹੀ ਕੋਈ ਹਿੰਸਾ 'ਚ ਪਾਰਟ ਨਹੀਂ ਲਿਆ। ਹਾਲਾਂਕਿ ਉਹਨੂੰ ਕੰਡੈਮ ਹੀ ਕੀਤਾ, ਉਹਨੂੰ ਇਹੀ ਕਿਹਾ ਵੀ ਹਿੰਸਾ ਨਹੀਂ ਹੋਣੀ ਚਾਹੀਦੀ, ਇਹ ਬਹੁਤ ਮਾੜੀ ਗੱਲ ਆ। ਅਸੀਂ ਇੱਥੇ ਇਹ ਲੜਨ ਮਾਰਨ ਨਹੀਂ ਆਏ ਕਿਸੇ ਨੂੰ। ਹੁਣ ਜੇਲ੍ਹ 'ਚ ਜਦੋਂ ਬੈਠੇ ਆ, ਜੇਲ੍ਹ 'ਚ ਅਦਰਵਾਈਜ਼ ਤੁਸੀਂ, ਕਿਉਂਕਿ ਬਹੁਤ ਗਲਤੀਆਂ ਮੈਂ ਵੀ ਕੀਤੀਆਂ ਹੋਣੀਆਂ, ਬੜੀਆਂ ਗਲਤੀਆਂ ਕੀਤੀਆਂ ਅੰਦੋਲਨ ਦੇ ਦੌਰਾਨ ਵੀ, ਬੜੇ ਬਿਆਨ ਵੀ ਹੋ ਸਕਦਾ ਗਲਤ ਦਿੱਤੇ ਹੋਣ, ਉਹ ਸਹੀ ਗਲਤ ਦਾ ਅਹਿਸਾਸ ਤੁਹਾਨੂੰ ਉੱਥੇ ਬੈਠ ਕੇ ਹੋ ਜਾਂਦਾ, ਇੰਟਰਸਪੈਕਸ਼ਨ ਤੁਸੀਂ ਕਰ ਲੈਂਦੇ ਹੋ। ਬਹੁਤ ਬਹੁਤ ਸ਼ੁਕਰੀਆ, ਬੜੀਆਂ ਲੰਮੀਆਂ ਗੱਲਾਂ। ਦੀਪ ਸਿੱਧੂ ਨਾਲ ਸਾਡੀ ਗੱਲ ਅੱਜ ਇੱਥੇ ਮੁੱਕ ਗਈ ਹੈ, ਲੇਕਿਨ ਅਸੀਂ ਹਰ ਐਕਟਰ ਤੋਂ, ਅਸੀਂ ਹਰ ਉਸ ਸ਼ਖਸ ਤੋਂ ਇਹ ਉਮੀਦ ਕਰਦੇ ਹਾਂ ਕਿ ਜੇ ਦੁਨੀਆ ਉਹਨੂੰ ਦੇਖਦੀ ਹੈ ਤਾਂ ਉਹ ਇੱਕ ਐਸੀ ਨਜ਼ੀਰ ਪੇਸ਼ ਕਰੇ ਕਿ ਦੁਨੀਆ ਉਹਦੇ ਵਰਗਾ ਬਣਨਾ ਚਾਹਵੇ। ਹਿੰਸਾ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਔਰ ਜੋ ਸ਼ਾਂਤੀ ਨਾਲ ਮਸਲੇ ਹੱਲ ਹੋ ਸਕਦੇ हैं ਉਹ ਕਦੀ ਵੀ ਹਿੰਸਾ ਦੀ ਰਾਹ ਤੇ ਚੱਲ ਕੇ ਨਹੀਂ ਹੋ ਸਕਦੇ। ਉਮੀਦ ਕਰਦੇ ਹਾਂ ਕਿ ਦੀਪ ਸਿੱਧੂ ਇੱਕ ਵਧੀਆ ਤਰੀਕੇ ਨਾਲ ਐਸਾ ਨੈਰੇਟਿਵ ਸੈੱਟ ਕਰੇਗਾ ਜਿਸ ਤੋਂ ਉਹਨਾਂ ਨੂੰ ਇਹ ਲੱਗੇਗਾ ਕਿ ਅੱਗੇ ਤੋਂ ਦੁਨੀਆ ਮੇਰੀ ਦੁਸ਼ਮਣ ਨਹੀਂ, ਦੁਨੀਆ ਮੇਰੇ ਨਾਲ ਪਿਆਰ ਕਰਦੀ ਹੈ। ਔਰ ਇਹੀ ਹਰ ਉਸ ਸ਼ਖਸ ਤੋਂ ਸਾਨੂੰ ਉਮੀਦ ਹੈ ਜਿਹਨੂੰ ਅਸੀਂ ਲੋਕ ਪਰਦੇ ਤੇ ਦੇਖਦੇ ਹਾਂ। ਤੁਸੀਂ ਇਸ ਪੂਰੇ ਇੰਟਰਵਿਊ ਤੇ ਆਪਣਾ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ ਤੇ ਜ਼ਰੂਰ ਦੇਣਾ।